ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਿਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਛਤਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਮਹਾਨ ਕਿਰਪਾ ਦਾ ਸਦਕਾ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਸਜੇ ਹੋਏ ਸੁੰਦਰ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਤਰਸ ਪਾਇਆ ਮਿਹਰ ਆਮਦ ਹੋਈ, ਸਤਿਗੁਰ ਸੱਜਣ ਮਿਲਿਆ। ਇਹ ਸਤਿਗੁਰੂ ਜੀ ਦਾ ਤਰਸ ਹੋਇਆ ਹੈ, ਬੇਅੰਤ ਰਹਿਮਤ ਹੋਈ ਹੈ ਕਿ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਦੇ ਦਰਸ਼ਨ ਪ੍ਰਾਪਤ ਹੋਏ ਹਨ। ਸਤਿਗੁਰ ਸੱਜਣ ਮਿਲਿਆ। ਸਤਿਗੁਰੂ ਸੱਜਣ ਹਨ ਸਾਧ ਸੰਗਤ ਜੀ, ਲੋਕ ਤੇ ਪਰਲੋਕ ਦੇ। ਸੱਜਣ ਉਹ ਹੁੰਦਾ ਹੈ ਜਿਹੜਾ ਸੱਜਣਤਾਈ ਨਿਭਾਵੇ। ਮਹਾਰਾਜ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹੋ ਸਿਰ ਸਾਹਾਂ ਦਾ ਸਾਹ। ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਜਿਨ੍ਹਾਂ ਦੇ ਪਾਸ ਬੈਠਿਆਂ ਸੋਭਾ ਵਾਲੇ ਬਣੀਦਾ ਹੈ ਸਾਧ ਸੰਗਤ ਜੀ, ਤੇ ਸਾਰਿਆਂ ਦੇ ਵਿਸ਼ਵਾਸ ਕਰਨ ਦੇ ਯੋਗ ਹਨ ਸਤਿਗੁਰੂ ਜੀ। ਗਰੀਬ ਨਵਾਜ ਸੱਚੇ ਪਾਤਸ਼ਾਹ ਲੋਕ ਤੇ ਪਰਲੋਕ ਵਿੱਚ ਆਪਣੇ ਸਿੱਖਾਂ ਸੇਵਕਾਂ ਦੀ ਲਾਜ ਪੱਤ ਰੱਖਦੇ ਹਨ, ਸੱਜਣਤਾਈ ਨਿਭਾਉਂਦੇ ਹਨ ਮਹਾਰਾਜ ਸਾਹਿਬ ਜੀ। ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਜਿਹੜਾ ਸਤਿਗੁਰੂ ਸੱਜਣ ਦੇ ਪਾਸ ਬੈਠਦਾ ਹੈ ਉਹ ਸੋਭਾ ਵਾਲਾ ਹੈ। ਸਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਨ੍ਹਾਂ ਨੇ ਸਾਧ ਸੰਗਤ ਵਿੱਚ ਬੈਠਣਾ ਕੀਤਾ ਉਹ ਸੋਹਣੇ ਤੇ ਸੁੰਦਰ ਹਨ। ਮਹਾਰਾਜ ਨੇ ਸੁੰਦਰ ਵੀ ਆਖਿਆ ਤੇ ਸੋਹਣੇ ਵੀ ਆਖਿਆ। ਉਹ ਅੰਦਰੋਂ ਵੀ ਸੋਹਣੇ ਹਨ ਤੇ ਬਾਹਰੋਂ ਵੀ ਸੁੰਦਰ ਹਨ। ਉਹਨਾਂ ਦਾ ਹਿਰਦਾ ਵੀ ਪਵਿੱਤਰ ਹੁੰਦਾ ਹੈ, ਸਾਫ ਸੁਥਰਾ ਹੁੰਦਾ ਤੇ ਬਾਹਰੋਂ ਵੀ ਉਹ ਪਾਵਨ ਹੋ ਜਾਂਦੇ ਹਨ ਜਿਹੜੇ ਸਤਿਗੁਰੂ ਜੀ ਦੀ ਸੰਗਤ ਕਰਦੇ। ਤਾਂ ਮਹਾਰਾਜ ਸਾਹਿਬ ਜੀ ਆਪ ਹੀ ਜਿਸ ਵੇਲੇ ਕਿਰਪਾ ਕਰਦੇ ਹਨ, ਰਹਿਮਤ ਕਰਦੇ ਅਤੇ ਆਪਣੇ ਚਰਨਾਂ ਵਿੱਚ ਸਤਿਗੁਰੂ ਜੀ ਬੈਠਣ ਦਾ ਸੁਭਾਗ ਬਖਸ਼ਦੇ ਆ। ਤੋ ਲੜੀਵਾਰ ਰੂਪ ਦੇ ਵਿੱਚ ਜਗਤ ਗੁਰੂ ਜੀ ਦੇ ਪਾਵਨੇ ਅਸਥਾਨ ਤੇ ਦਸ਼ਮੇਸ਼ ਪਾਤਸ਼ਾਹ
ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਕਲਗੀ ਧਾਰ ਬਾਜਾਂ ਵਾਲੇ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਗਾਥਾ ਚੱਲ ਰਹੀ ਹੈ। ਕੱਲ ਦੇ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ ਹੈ ਬਹਾਦਰ ਸ਼ਾਹ ਤੇ ਤਾਰਾ ਆਜਮ ਦਾ ਆਪਸ ਵਿੱਚ ਜੰਗ ਹੋ ਰਿਹਾ। ਔਰੰਗਜ਼ੇਬ ਬਾਦਸ਼ਾਹ ਮਰ ਚੁੱਕਾ ਹੈ ਜਫਰਨਾਮਾ ਪੜ੍ਹ ਕੇ, ਤੇ ਔਰੰਗਜ਼ੇਬ ਬਾਦਸ਼ਾਹ ਦੇ 5 ਪੁੱਤਰ ਹੋਏ ਆ ਤੇ 4 ਪੁੱਤਰੀਆਂ ਹੋਈਆਂ ਸਾਧ ਸੰਗਤ। ਉਹਨਾਂ 5 ਵਿੱਚੋਂ 2 ਸੀ। ਇੱਕ ਦਾ ਨਾਮ ਹੈ ਤਾਰਾ ਆਜਮ, ਜਿਹਦਾ ਦੂਸਰਾ ਨਾਮ ਆਜਮ ਸ਼ਾਹ ਵੀ ਲਿਖਿਆ ਹੈ, ਤੇ ਇੱਕ ਹੈ ਬਹਾਦਰ ਸ਼ਾਹ। ਬਹਾਦਰ ਸ਼ਾਹ ਤੇ ਤਾਰਾ ਆਜਮ ਦਾ ਆਪਸ ਵਿੱਚ ਜੰਗ ਹੋ ਰਿਹਾ। ਔਰੰਗਜ਼ੇਬ ਦੀ ਮੌਤ ਤੋਂ ਮਗਰੋਂ ਤਾਰਾ ਆਜਮ ਦੇ ਕੋਲੇ ਇਹ ਦਿੱਲੀ ਦੀ ਬਾਦਸ਼ਾਹੀ ਆ ਗਈ ਹੈ। 22 ਲੱਖ ਫੌਜਾਂ ਉਹਦੇ ਕੋਲੇ ਆ। ਔਰੰਗਜ਼ੇਬ ਬਾਦਸ਼ਾਹ ਦੀਆਂ ਪਿਤਾ ਦੀਆਂ ਸਾਰੀਆਂ ਫੌਜਾਂ ਥੋੜੀਆਂ ਜੀਆਂ ਬਹਾਦਰ ਸ਼ਾਹ ਦੇ ਕੋਲੇ ਆ, ਤੇ 10,000 ਵੱਡੀਆਂ ਤੋਪਾਂ 50,000 ਛੋਟੀਆਂ ਤੋਪਾਂ ਇਹ ਤਾਰਾ ਆਜਮ ਦੇ ਕੋਲੇ ਹੈ। ਬਹਾਦਰ ਸ਼ਾਹ ਨੇ ਭਾਈ ਨੰਦ ਲਾਲ ਜੀ ਦੇ ਰਾਹੀਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮਦਦ ਲਈ ਹੈ। ਉਹ ਸਾਰਾ ਹੀ ਆਪਾਂ ਪਿੱਛੇ ਪ੍ਰਸੰਗ ਜਿਵੇਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਉਹ ਸਰਵਣ ਕੀਤਾ ਹੈ। ਜਿਸ ਵੇਲੇ ਐ ਪੂਰਾ ਜੰਗ ਹੋ ਰਿਹਾ ਹੈ ਨਾ, ਤੇ ਬਹਾਦਰ ਸ਼ਾਹ ਦੀਆਂ ਫੌਜਾਂ ਭੱਜਣ ਲੱਗ ਪਈਆਂ। ਬਹਾਦਰ ਸ਼ਾਹ ਦਾ ਵੀ ਉਸ ਵੇਲੇ ਹਿਰਦਾ ਬੜਾ ਡਰਿਆ ਹੈ ਕਿ ਹੁਣ ਕਿਵੇਂ ਮੁਕਾਬਲਾ ਕੀਤਾ ਜਾਵੇ ਤਾਰਾ ਆਜਮ ਦੀਆਂ ਫੌਜਾਂ ਦਾ। ਫਿਰ ਨਾਲ ਹੀ ਹਾਥੀ ਦੇ ਉੱਤੇ ਭਾਈ ਧਰਮ ਸਿੰਘ ਜੀ ਨੂੰ ਬਿਠਾਇਆ ਹੋਇਆ ਸੀ, ਕਿਉਂਕਿ ਕਲਗੀਧਰ ਪਾਤਸ਼ਾਹ ਨੇ ਭਾਈ ਧਰਮ ਸਿੰਘ ਨੂੰ ਨਾਲ 5 ਸਿੰਘ ਦੇ ਕਰਕੇ ਭੇਜਿਆ ਸੀ ਵੀ ਤੁਸੀਂ ਜਾਓ ਬਹਾਦਰ ਸ਼ਾਹ ਦੀ ਮਦਦ ਵਿੱਚ, ਅਸੀਂ ਜੰਗ ਦੇ ਵਿੱਚ ਆ ਕਰਕੇ ਤਾਰਾ ਆਜਮ ਨੂੰ ਮਾਰਾਂਗੇ ਤੇ ਨਾਲ ਉਹਦੇ ਵੱਡੇ ਵੱਡੇ ਉਮਰਾਵਾਂ ਨੂੰ ਵੀ ਮਾਰਾਂਗੇ ਤੇ ਬਹਾਦਰ ਸ਼ਾਹ ਨੂੰ ਜਿੱਤ ਕਰਾਵਾਂਗੇ। ਤੇ ਭਾਈ ਨੰਦ ਲਾਲ ਦੇ ਰਾਹੀਂ ਬਹਾਦਰ ਸ਼ਾਹ ਨੂੰ ਇਹ ਗੱਲ ਆਖੀ ਸੀ ਵੀ ਸਾਡਾ ਇੱਕ ਸਵਾਲ ਹੱਲ ਕਰਨਾ ਪਵੇਗਾ, ਇੱਕ ਸਾਡਾ ਵਚਨ ਜਿਹੜਾ ਉਹ ਤੈਨੂੰ ਮੰਨਣਾ ਪਵੇਗਾ, ਪੂਰਾ ਕਰਨਾ ਪਵੇਗਾ। ਉਹ ਇਹਦੇ ਤੋਂ ਲਿਖ ਕੇ ਲਿਆ। ਫਿਰ ਬਹਾਦਰ ਸ਼ਾਹ ਦੇ ਕੋਲੋਂ ਇਹਨੇ ਲਿਖ ਕੇ ਆਪਣੀ ਮੋਹਰ ਲਾ ਕੇ ਦਿੱਤਾ। ਹੁਣ ਜਿਸ ਵੇਲੇ ਬਹਾਦਰ ਸ਼ਾਹ ਹਾਰਦਾ ਜਾ ਰਿਹਾ ਹੈ, ਤਾਰਾ ਆਜਮ ਦੀਆਂ ਫੌਜਾਂ ਅੱਗੇ ਵਧੀ ਜਾ ਰਹੀਆਂ ਵਾ, ਫਿਰ ਨਾਲ ਹੀ ਹਾਥੀ ਤੇ ਬੈਠੇ ਹੋਏ ਭਾਈ ਧਰਮ ਸਿੰਘ ਨੂੰ ਆਖਿਆ ਬਹਾਦਰ ਸ਼ਾਹ ਨੇ ਵੀ ਹੁਣ ਬੇਨਤੀ ਕਰੋ, ਅਰਦਾਸ ਕਰੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ, ਜੇ ਹੁਣ ਨਾ ਆਏ ਤਾਂ ਮੈਂ ਲੁੱਟਿਆ ਜਾਵਾਂਗਾ, ਮੇਰਾ ਡੇਰਾ ਸਾਰਾ ਸਮਾਪਤ ਹੋ ਜਾਵੇਗਾ, ਮੇਰੀ ਫੌਜ ਸਭ ਮਾਰੀ ਜਾਵੇਗੀ, ਮੈਂ ਹਾਰ ਜਾਵਾਂਗਾ ਤੇ ਮਰ ਵੀ ਜਾਵਾਂਗਾ। ਫਿਰ ਹਾਥੀ ਦੇ ਉੱਤੇ ਹੀ ਬੈਠਿਆਂ ਹੋਏ ਆ ਭਾਈ ਧਰਮ ਸਿੰਘ ਜੀ ਨੇ ਅਰਦਾਸ ਕੀਤੀ। ਧਰਮ ਸਿੰਘ ਅਰਦਾਸ ਵਖਾਨੀ ਸ੍ਰੀ ਗੁਰ ਰਛਾ ਸਮੈ ਮਹਾਨੀ, ਸੇਵਕ ਜਾਨੋ ਬਣੋ ਸਹਾਏ, ਬਿਰਦ ਸੰਭਾਰੋ ਆਪਣੇ ਆਏ, ਇਮ ਕਹਿ ਮਸਤਕ ਦੋ ਨਿਵਾਏ, ਸ਼ਾਹੋ ਰਿਦੇ ਵੱਡ ਚਿੰਤ ਉਪਾਏ। ਇਸ ਤਰ੍ਹਾਂ ਫੇਰ ਅਰਦਾਸ ਕਰਕੇ ਦੋਹਾਂ ਨੇ ਜਦੋਂ ਉੱਤੋਂ ਹੀ ਨਮਸਕਾਰ ਕੀਤੀ ਹੈ ਤੇ ਬਹਾਦਰ ਸ਼ਾਹ ਦੇ ਹਿਰਦੇ ਵਿੱਚ ਬੜੀ ਵੱਡੀ ਚਿੰਤਾ ਹੈ। ਇਤ ਉਤ ਸਭ ਦੇਸ਼ ਦ੍ਰਿਸ਼ਟ ਚਲਾਵੈ, ਹਮਲਾ ਕਰਿਓ ਚੜਿਓ ਦਲ ਆਵੈ। ਇਧਰ ਉਧਰ ਵੇਖਦਾ ਵੀ ਕਿਸੇ ਪਾਸੇ ਦਿਸ ਪੈਣ ਗੁਰੂ ਗੋਬਿੰਦ ਸਿੰਘ ਮਹਾਰਾਜ। ਸਨੇ ਸਨੇ ਦਲ ਹਟਤ ਪਲਾਵੈ, ਤਿਉ ਤਿਉ ਸੰਸੈ ਬਹੁ ਉਪਜਾਵੈ। ਤੇ ਜਿਸ ਵੇਲੇ ਬਹੁਤ ਹਿਰਦਾ ਡਰਿਆ ਤੇ ਇੰਨੇ ਚਿਰ ਨੂੰ ਫਿਰ ਸਾਹਮਣੇ ਕੀ ਵੇਖਿਆ ਵੀ ਉਹ ਨਿਸ਼ਾਨ ਝੁਲਦੇ ਦਿਸ ਪਏ, ਕੇਸਰੀ ਨਿਸ਼ਾਨ, ਨੀਲੇ ਨਿਸ਼ਾਨ, ਨਗਾਰਾ ਵੱਜਦਾ ਹੈ ਤੇ ਸ਼ਹੀਦ ਫੌਜਾਂ ਦੇ ਸਮੇਤ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਸਾਹਮਣੇ ਦਿਸ ਪਏ ਬਹਾਦਰ ਸ਼ਾਹ ਨੂੰ। ਜਦੋਂ ਵੇਖਿਆ ਸਾਹਮਣੇ ਤੇ ਉਸ ਵੇਲੇ ਫਿਰ ਭਾਈ ਧਰਮ ਸਿੰਘ ਜੀ ਨੇ ਜੋ ਆਖਿਆ ਉਹ ਸਾਧ ਸੰਗਤ ਜੀ ਇੱਥੋਂ ਪ੍ਰਸੰਗ ਅੱਗੇ ਆਰੰਭ ਹੋ ਰਿਹਾ ਹੈ। ਇਤਨੇ ਮੈਂ ਗੁਰਦਈ ਦਿਖਾਈ, ਸੰਗ ਸ਼ਹੀਦਨ ਦਲ ਸਮੁਦਾਈ। ਜਦੋਂ ਹਾਰਿਆ ਜਾ ਰਿਹਾ ਸੀ ਬਹਾਦਰ ਸ਼ਾਹ ਹਿਰਦਾ ਕੰਬਿਆ ਹੋਇਆ ਸੀ, ਇੰਨੇ ਚਿਰ ਨੂੰ ਸਾਹਮਣੇ ਦੇ ਦਿੱਤੀ ਦਿਖਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਨਾਲ ਸ਼ਹੀਦੀ ਫੌਜਾਂ ਵਾ। ਇਸ ਤੋਂ ਅੱਗੇ ਕੀ ਹੋਇਆ?
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸਰਵਣ ਕਰੀਏ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਤੇ ਨਿਸ਼ਾਨ ਝੁੱਲ ਰਹੇ, ਨਿਸ਼ਾਨ ਸਾਹਿਬ ਤੇ ਨਿਸ਼ਾਨ ਸਾਹਿਬਾਂ ਦੇ ਉੱਤੇ ਨਾ ਫਰਰੇ ਜਿਹੜੇ ਆ ਉਹ ਛੁੱਟ ਰਹੇ ਆ। ਨਿਸ਼ਾਨ ਸਾਹਿਬ ਝੁੱਲ ਰਹੇ ਆ, ਨਿਸ਼ਾਨ ਸਾਹਿਬ ਦੇ ਫਰਰੇ, ਕੇਸਰੀ ਨਿਸ਼ਾਨ, ਨੀਲੇ ਨਿਸ਼ਾਨ ਗੁਰੂ ਕੇ ਖਾਲਸੇ ਦੇ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਨਿਸ਼ਾਨ ਬਹੁਤੇ ਜਿਹੜੇ ਹਨ ਸਾਹਮਣੇ ਦਿਸੇ। ਇੱਕੇ ਵਾਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸ਼ਹੀਦੀ ਫੌਜਾਂ, ਤੁਰਕਾਂ ਦੀ ਫੌਜ ਤੇ ਤਾਰਾ ਆਜਮ ਦੀ ਫੌਜ ਦੇ ਉੱਤੇ ਇੰਜ ਹਮਲਾ ਕੀਤਾ ਜਿਵੇਂ ਬਾਜ ਟੁੱਟ ਕੇ ਪੈਂਦੇ ਹਨ ਪੰਛੀਆਂ ਦੇ ਉੱਤੇ। ਪਿਆਰੇ ਧਰਮ ਸਿੰਘ ਜੀ ਨੇ ਸਾਹਮਣੇ ਜਿਸ ਵੇਲੇ ਵੇਖਿਆ ਨਾ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਹੋਏ ਪਹਿਲਾਂ ਭਾਈ ਧਰਮ ਸਿੰਘ ਜੀ ਨੂੰ, ਤੇ ਵੇਖਦਿਆਂ ਹੋਇਆਂ ਬੋਲਿਆ ਹਾਥੀ ਉੱਤੇ ਬੈਠਿਆਂ ਬਹਾਦਰ ਸ਼ਾਹ ਦੇ ਨਾਲ, ਆਖਿਆ ਬਹਾਦਰ ਸ਼ਾਹ ਜਿਹੜਾ ਤੇਰੇ ਹਿਰਦੇ ਦੇ ਵਿੱਚ ਹੌਲ ਪੈ ਰਿਹਾ ਉਹ ਛੱਡ ਦੇ ਤੇ ਧੀਰਜ ਰੱਖ। ਉਹ ਸਾਹਮਣੇ ਵੇਖ, ਸਾਹਮਣੇ ਵੇਖ ਨਿਸ਼ਾਨ ਝੁੱਲਦੇ ਪਏ ਆ। ਸਾਹਮਣੇ ਵੇਖ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਪਹੁੰਚੇ ਆ ਜੰਗ ਦੇ ਮੈਦਾਨ ਵਿੱਚ। ਬਹਾਦਰ ਸ਼ਾਹ ਸਾਹਮਣੇ ਦਰਸ਼ਨ ਕਰ ਤੇ ਹੱਥ ਜੋੜ ਕੇ ਨਮਸਕਾਰ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ। ਫਿਰ ਹਾਥੀ ਤੇ ਬੈਠਿਆਂ ਹੀ ਬਹਾਦਰ ਸ਼ਾਹ ਨੇ ਹੱਥ ਜੋੜੇ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲ ਨੂੰ ਸੀਸ ਝੁਕਾ ਕੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਭਾਈ ਧਰਮ ਸਿੰਘ ਜੀ ਕਹਿ ਰਿਹਾ ਵੀ ਸਤਿਗੁਰੂ ਜੀ ਦੇ ਨਾਲ ਉਹ ਸ਼ਹੀਦਾਂ ਦੀ ਫੌਜ ਵੀ ਆ ਤੇ ਸਾਰਾ ਦਲ ਦਾ ਜੋਰ ਬਲ ਦੇ ਸਹਿਤ ਆਏ ਹਨ ਮਹਾਰਾਜ ਸਾਹਿਬ ਜੀ। ਸਤਿਗੁਰੂ ਜੀ ਨੇ ਆਪਣੇ ਹੱਥ ਵਿੱਚ ਧਨਖ ਬਾਲ ਧਾਰਿਆ ਹੋਇਆ ਤੇ ਸ਼ਹੀਦਾਂ ਸਿੰਘਾਂ ਨੇ ਵੀ ਸ਼ਸਤਰ ਧਾਰਨ ਕੀਤੇ ਹੋਏ ਹਨ ਤੇ ਜੰਗ ਦੇ ਮੈਦਾਨ ਵਿੱਚ ਵਿਸ਼ੇਸ਼ ਬਲ ਦੇ ਨਾਲ ਭਰੇ ਹੋਏ ਹਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਸ਼ਹੀਦ ਫੌਜਾਂ। ਜਦੋਂ ਇਹ ਗੱਲ, ਇਹ ਬੋਲ ਬਹਾਦਰ ਸ਼ਾਹ ਦੇ ਕੰਨਾਂ ਵਿੱਚ ਪਾਏ ਨਾ ਭਾਈ ਧਰਮ ਸਿੰਘ ਜੀ ਨੇ, ਜਾਣੋ ਕਿ ਕੰਨਾਂ ਵਿੱਚ ਅੰਮ੍ਰਿਤ ਹੀ ਪੈ ਗਿਆ। ਇੰਨੀ ਖੁਸ਼ੀ ਹੋਈ ਬਹਾਦਰ ਸ਼ਾਹ ਨੂੰ। ਪਹਿਲੋਂ ਤੇ ਇਸ ਤਰ੍ਹਾਂ ਇਹ ਜਿਵੇਂ ਮਾਰੀ ਚੱਲਿਆ, ਇੰਨਾ ਹਿਰਦਾ ਡੋਲ ਗਿਆ, ਇੰਨਾ ਅੰਦਰੋਂ ਕੰਬਿਆ। ਹੁਣ ਜਦੋਂ ਇਹ ਗੱਲ ਭਾਈ ਧਰਮ ਸਿੰਘ ਜੀ ਨੇ ਕੰਨਾਂ ਵਿੱਚ ਪਾਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਗਏ, ਸਤਿਗੁਰੂ ਜੀ ਆ ਗਏ ਤੇਰੀ ਮਦਦ ਦੇ ਵਿੱਚ, ਤੇ ਜਾਣੋ ਕਿ ਕੰਨਾਂ ਵਿੱਚ ਅੰਮ੍ਰਿਤ ਹੀ ਪਾ ਦਿੱਤਾ ਹੈ। ਜਾਣੋ ਕਿ ਪ੍ਰਾਣ ਹਾਣ ਹੋ ਰਹੇ ਸੀ, ਜਾਨ ਨਿਕਲ ਰਹੀ ਸੀ ਤੇ ਉਸੇ ਵੇਲੇ ਅੰਮ੍ਰਿਤ ਕੰਨਾਂ 'ਚ ਪਾ ਕੇ ਤੇ ਜੀਵਨ ਦੇ ਦਿੱਤਾ, ਜਿਉਂਦਾ ਕਰ ਦਿੱਤਾ ਹੈ। ਸਾਹਮਣੇ ਫਿਰ ਵੇਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜੋ ਹਠੀਲਾ, ਜੋ ਹੱਠ ਵਾਲਾ ਸੂਰਮਾ, ਹੱਠ ਵਾਲੇ ਸੂਰਮੇ ਸਤਿਗੁਰੂ ਜੀ ਵੇਖੇ। ਦਰਸ਼ਨ ਕੀਤੇ ਆ ਜੋ ਵੱਡੇ ਸ਼ਬੀਲੇ, ਵੱਡੇ ਚੁਸਤ ਤੇਜ ਤਰਾਰੇ ਹਨ ਸਤਿਗੁਰੂ ਜੀ। ਤੇ ਸਤਿਗੁਰੂ ਜੀ ਦਾ ਸਰੂਪ ਕਿਸ ਤਰ੍ਹਾਂ ਦਾ ਹੈ ਉਸ ਵੇਲੇ? ਮਹਾਰਾਜ ਸਾਹਿਬ ਜੀ ਘੋੜੇ ਤੇ ਅਸਵਾਰ ਵਾ ਤੇ ਆਪਣੇ ਹੱਥ ਵਿੱਚ ਜਿਹੜਾ ਧਨਖ ਫੜਿਆ ਨਾ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਨੇ 2 ਤੀਰ ਰੱਖ ਕਰਕੇ ਸੰਧੇ ਹੋਏ ਹਨ। ਹਾਂ, ਗਰੀਬ ਨਵਾਜ ਸਾਹਿਬ ਜੀ ਸ੍ਰੇਸ਼ਟ ਸੂਰਮੇ ਅੱਗੇ ਸਾਹਮਣੇ ਜੋ ਤਾਰਾ ਆਜਮ ਦੁਸ਼ਮਣ ਰੂਪ ਦੇ ਵਿੱਚ ਉਹਦੇ ਮਾਰਨਾ ਚਾਹੁੰਦੇ ਹਨ। ਤੇ ਮਹਾਰਾਜ ਸਾਹਿਬ ਜੀ ਦੇ ਇੱਕ ਹੱਥ ਦੀ ਜਿਹੜੀ ਚੁਟਕੀ ਹੈ ਨਾ, ਉਹ ਤੀਰਾਂ ਨੂੰ ਖਿੱਚ ਕਰਕੇ ਤੇ ਕੰਨ ਨੂੰ ਲੱਗੀ ਹੋਈ ਹੈ, ਤੇ ਦੂਜੇ ਹੱਥ ਦੀ, ਖੱਬੇ ਹੱਥ ਦੀ ਜਿਹੜੀ ਮੁੱਠ ਹੈ ਉਹ ਅੱਗੇ ਮਹਾਰਾਜ ਸਾਹਿਬ ਜੀ ਦੇ ਧਨਖ ਬਾਣ ਨੂੰ ਨਾਲ ਤੀਰਾਂ ਨੂੰ ਫੜਿਆ ਹੋਇਆ ਹੈ ਨਾ, ਧਨਖ ਨੂੰ ਫੜਿਆ ਹੋਇਆ ਹੈ ਤੇ ਉਹਦੇ ਨਾਲ ਮਹਾਰਾਜ ਦੁਸ਼ਮਣ ਦੀ ਤਰਫ ਤੱਕ ਰਹੇ ਹਨ। ਤੇ ਸਤਿਗੁਰੂ ਜੀ ਦਾ ਘੋੜਾ ਛੋਟੀਆਂ ਛੋਟੀਆਂ ਛਾਲਾਂ ਮਾਰ ਰਿਹਾ ਜੰਗ ਦੇ ਮੈਦਾਨ ਵਿੱਚ, ਛੋਟੀਆਂ ਛੋਟੀਆਂ ਛਾਲਾਂ ਦੇ ਨਾਲ ਉਛਲ ਰਿਹਾ ਹੈ।
ਤੇ ਤਾਰੇ ਆਜਮ ਦੀ ਤਰਫ ਨੂੰ ਤੁਰਿਆ ਜਾ ਰਿਹਾ ਮਹਾਰਾਜ ਸਾਹਿਬ ਜੀ ਦਾ ਘੋੜਾ ਗੁਰੂ ਕਾ ਰਾਕੀ ਨਿੱਕੀਆਂ ਨਿੱਕੀਆਂ ਛਾਲਾਂ ਮਾਰਦਾ ਹੋਇਆ। ਇਸ ਤਰ੍ਹਾਂ ਇੱਕ ਵਾਰੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਹਾਦਰ ਸ਼ਾਹ ਨੂੰ ਦਿਖਾਈ ਦਿੱਤੀ ਹੈ, ਕਿਉਂਕਿ ਉਹਦਾ ਮਨ ਬੜਾ ਡੋਲਿਆ ਹੋਇਆ ਸੀ। ਉਹਦੇ ਮਨ ਨੂੰ ਧੀਰਜ ਦੇਣ ਵਾਸਤੇ ਇੱਕ ਵਾਰੀ ਦਿਖਾਈ ਦਿੱਤੀ ਹੈ। ਜਿਵੇਂ ਕਹਿੰਦੇ ਵੀ ਆਕਾਸ਼ੀ ਬਿਜਲੀ ਇੱਕ ਵਾਰੀ ਚਮਕ ਦੇ ਕੇ ਤੇ ਫਿਰ ਛਿਪ ਜਾਵੇ ਬੱਦਲਾਂ ਦੇ ਵਿੱਚ, ਇਸੇ ਤਰ੍ਹਾਂ ਇੱਕ ਵਾਰੀ ਦਰਸ਼ਨ ਦੇ ਕੇ ਨਾ ਜੰਗ ਦੇ ਮੈਦਾਨ ਵਿੱਚ ਇਹ ਨਿਸ਼ਾਨ ਝੁੱਲਦੇ ਆ, ਸਿੰਘਾਂ ਦੀ ਫੌਜ ਨਾਲ ਆ ਤੇ ਸਤਿਗੁਰੂ ਘੋੜੇ ਤੇ ਸਵਾਰ ਆ। ਇੱਕ ਵਾਰੀ ਵਿਖਾਈ ਦੇ ਕੇ ਤੇ ਫਿਰ ਜੰਗ ਦੇ ਮੈਦਾਨ ਵਿੱਚ ਛੁਪ ਗਏ। ਫਿਰ ਜੰਗ ਦੇ ਮੈਦਾਨ ਦੇ ਵਿੱਚ ਇਸ ਤਰ੍ਹਾਂ ਛੁਪ ਗਏ ਆ, ਜਾਣੋ ਜਿਵੇਂ ਬੱਦਲਾਂ ਵਿੱਚ ਬਿਜਲੀ ਇੱਕ ਵਾਰੀ ਚਮਕ ਦੇ ਕੇ ਇੱਕ ਵਾਰੀ ਚਮਕੇ ਤੇ ਫਿਰ ਛੁਪ ਜਾਵੇ। ਭਾਰੀ ਜੋ ਜੰਗ ਹੋ ਰਿਹਾ ਸੀ, 22 ਲੱਖ ਫੌਜਾਂ ਤਾਰਾ ਆਜਮ ਦੀਆਂ, ਉਹ ਵੱਡੀ ਗਿਣਤੀ ਵਿੱਚ ਜਿਹੜਾ ਜੰਗ ਹੋ ਰਿਹਾ ਹੈ, ਮਹਾਰਾਜ ਸਾਹਿਬ ਜੀ ਜੰਗ ਦੇ ਮੈਦਾਨ ਵਿੱਚ ਪ੍ਰਵੇਸ਼ ਹੋ ਗਏ, ਚਲੇ ਗਏ ਤੇ ਗਿਣਤੀ ਨਹੀਂ ਕੀਤੀ ਜਾ ਸਕਦੀ ਜਿੰਨੀਆਂ ਬੰਦੂਕਾਂ ਚੱਲ ਰਹੀਆਂ ਤੇ ਜਿੰਨੀਆਂ ਤੋਪਾਂ ਚੱਲ ਰਹੀਆਂ ਹਨ। ਛੂਟਤ ਬੇਸ਼ੁਮਾਰੀ, ਬੇਸ਼ੁਮਾਰ ਗੋਲੀਆਂ ਉੱਥੇ ਅੰਧ ਧੁੰਦ ਜਿਹੜੀ ਚੱਲ ਰਹੀਆਂ ਹਨ ਤੇ ਉੱਥੇ ਐ ਧੁੰਦ ਇੰਨੀ ਮੱਚੀ ਹੋਈ ਹੈ ਵੀ ਜਿਹਦੇ ਵਿੱਚ ਕੋਈ ਦਿਸਦਾ ਹੀ ਨਹੀਂ ਹੈ। ਉਹ ਅੰਧਿਆਂ ਕਰਨ ਵਾਲੀ ਧੁੰਦ ਚਾਰ ਛਪੇਰੇ ਜਿਹੜੀ ਉੱਡ ਰਹੀ ਹੈ, ਧੂਆਂ ਧਾਰ ਹੋਇਆ ਪਿਆ ਹੈ। ਇੰਨੀਆਂ ਗੋਲੀਆਂ, ਇੰਨੀਆਂ ਤੋਪਾਂ ਦੇ ਗੋਲੇ ਚੱਲੇ ਤੇ ਇੰਨੇ ਘੋੜੇ ਆ ਉਹਨਾਂ ਦੇ ਵੀ ਸੁਮਾਂ ਦੇ ਪੌੜਾਂ ਦੇ ਨਾਲ ਘੱਟਾ ਉੱਡ ਉੱਡ ਕੇ ਆਕਾਸ਼ ਨੂੰ ਚੜ੍ਹਿਆ ਪਿਆ ਹੈ। ਇਸ ਕਰਕੇ ਸੂਰਜ ਸਾਰਾ ਢੱਕਿਆ ਗਿਆ, ਕੁਝ ਵੀ ਦਿਖਾਈ ਨਹੀਂ ਦਿੰਦਾ। ਦੋਵਾਂ ਪਾਸੇ ਗੋਲੀਆਂ ਚੱਲ ਰਹੀਆਂ, ਤੋਪਾਂ ਚੱਲ ਰਹੀਆਂ, ਇਸ ਕਰਕੇ ਬੜੀ ਭਿਆਨਕ ਆਵਾਜ਼ ਆ ਰਹੀ ਹੈ ਚਾਰ ਚਫੇਰਿਓਂ ਹੀ। ਜੋ ਵੀ ਕੁਝ ਕਹਿੰਦਾ ਹੈ, ਬੋਲਦਾ ਹੈ, ਉਹ ਕੰਨੀ ਸੁਣਿਆ ਨਹੀਂ ਜਾਂਦਾ। ਇੰਨਾ ਹੀ ਉੱਥੇ ਰੌਲਾ ਮਚਿਆ ਪਿਆ ਹੈ, ਇੰਨੀ ਅੰਧ ਧੁੰਦ ਜਿਹੜੀ ਹੋ ਰਹੀ ਹੈ। ਦੋਵਾਂ ਪਾਸੇ ਦੇ ਦਲ, ਦੋਵਾਂ ਪਾਸੇ ਦੀ ਫੌਜ, ਇਧਰੋਂ ਬਹਾਦਰ ਸ਼ਾਹ ਦੀ, ਉਧਰੋਂ ਤਾਰਾ ਆਜਮ ਦੀ, ਕੋਹਾਂ ਤੱਕ ਫੈਲੀ ਹੋਈ ਹੈ। ਕਈ ਕੋਹਾਂ ਤੱਕ ਫੌਜ ਖਿਲਰੀ ਹੋਈ ਹੈ ਤੇ ਪਰਸਪਰ ਲੜਾਈ ਕਰਕੇ ਆਪਣੇ ਦੁਸ਼ਮਣ ਦੇ ਉੱਤੇ ਆਪਣੀ ਜਿੱਤ ਕਰਨਾ ਚਾਹੁੰਦੇ ਹਨ। ਬਹੁਤੀ ਗਿਣਤੀ ਦੇ ਵਿੱਚ ਹਾਥੀ ਆ ਤੇ ਹਾਥੀ ਕਹਿੰਦੇ ਕਾਲੀਆਂ ਘਟਾ ਦੀ ਤਰ੍ਹਾਂ, ਭੂਰੇ ਰੰਗ ਦੀਆਂ ਘਟਾ ਦੀ ਤਰ੍ਹਾਂ ਖਲੋਤੇ ਹੋਏ ਜੰਗ ਦੇ ਮੈਦਾਨ ਵਿੱਚ। ਉਹਨਾਂ ਹਾਥੀਆਂ ਦੇ ਉੱਤੇ ਵੱਡੇ ਵੱਡੇ ਅਹੁਦੇਦਾਰ ਉਮਰਾਵ ਚੜ੍ਹ ਕਰਕੇ ਜਿਹੜਾ ਬਹੁਤਾ ਹੀ ਕਰੜਾ ਜੰਗ ਹੋ ਰਿਹਾ ਉਸ ਨੂੰ ਵੇਖ ਰਹੇ ਹਨ। ਉਹ ਜੋ ਹਾਥੀਆਂ ਦੇ ਉੱਤੇ ਅਸਵਾਰ ਵਾ ਉਮਰਾਵ ਅਹੁਦੇਦਾਰ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਸ਼ਸਤਰ ਧਾਰਨ ਕੀਤੇ ਹੋਏ ਆ। ਉਹ ਜੂਝਣ ਵਾਲੇ ਸੂਰਬੀਰ ਸ਼ਸਤਰਾਂ ਦਾ ਪ੍ਰਹਾਰ ਕਰ ਰਹੇ ਹਨ, ਵਾਰ ਕਰ ਰਹੇ ਆ। ਇਸ ਤਰ੍ਹਾਂ ਕਹਿੰਦੇ ਆਲੇ ਦੁਆਲੇ ਹਾਥੀਆਂ ਵਾਲੀ ਫੌਜ ਆ ਤੇ ਉਹਨਾਂ ਦੇ ਵਿੱਚ ਤਾਰਾ ਆਜਮ ਹੈ। ਜਿਹੜੇ ਉਹਦੇ ਬਹੁਤੇ ਹੀ ਅੱਤ ਦੇ ਪਿਆਰੇ ਆ ਨਾ, ਹਿਰਦੇ ਦੇ ਪਿਆਰੇ, ਤੇ ਜਿਨ੍ਹਾਂ ਉੱਤੇ ਆਪਣੇ ਹਿਰਦਿਓਂ ਵਿਸ਼ਵਾਸ ਕਰਦਾ ਤਾਰਾ ਆਜਮ, ਉਹ ਉਮਰਾਵ ਅਹੁਦੇਦਾਰ ਹਾਥੀਆਂ ਤੇ ਅਸਵਾਰ ਵਾ ਤੇ ਉਹ ਹਾਥੀ ਤਾਰਾ ਆਜਮ ਦੇ ਹਾਥੀ ਦੇ ਆਲੇ ਦੁਆਲੇ ਹਨ ਉਹਦੀ ਰਾਖੀ ਕਰਨ ਵਾਸਤੇ। ਹੁਣ ਸਤਿਗੁਰੂ ਜੀ ਵੀ ਉੱਥੇ ਪਹੁੰਚ ਗਏ ਜਿੱਥੇ ਤਾਰਾ ਆਜਮ ਹੈ। ਪੂਰੀ ਸੁਰੱਖਿਆ ਦੇ ਵਿੱਚ ਆ ਤਾਰਾ ਆਜਮ, ਜਿਵੇਂ ਅੱਜ ਕੱਲ ਕਹਿ ਦਿੰਦੇ ਨਾ ਜੈਡਰ ਸੁਰੱਖਿਆ, ਬਾਡੀ ਗਾਰਡ। ਉਹ ਸਿਰਫ ਬਾਡੀ ਦੇ ਹੀ ਗਾਰਡ ਰਹਿ ਜਾਂਦੇ ਆ, ਬਾਡੀ ਦੇ ਵਿੱਚੋਂ ਤੇ ਕੱਢਣ ਵਾਲਾ ਕੱਢ ਕੇ ਲੈ ਜਾਂਦਾ ਸਭ ਕੁਝ। ਕਈ ਵਾਰੀ ਬਾਡੀ ਦੇ ਆਲੇ ਦੁਆਲੇ ਰਹਿ ਜਾਂਦੇ ਤੇ ਉਹ ਆਲੇ ਦੁਆਲੇ ਹਾਥੀਆਂ ਦੀ ਫੌਜ ਆ ਤਾਰਾ ਆਜਮ ਦੇ। ਤੇ ਸਤਿਗੁਰੂ ਜੀ ਸ਼ਹੀਦਾਂ ਦੀ ਫੌਜ ਦੇ ਸਮੇਤ ਪਹੁੰਚ ਗਏ ਤਾਰਾ ਆਜਮ ਦੇ ਸਾਹਮਣੇ।
ਸਤਿਗੁਰੂ ਜੀ ਨੇ ਇੱਕੇ ਵਾਰੀ, ਹੁਣ 2 ਸੀ ਨਾ ਤੀਰ ਮਹਾਰਾਜ ਸਾਹਿਬ ਜੀ ਨੇ ਰੱਖੇ ਹੋਏ ਆਪਣੇ ਕਮਾਨ ਵਿੱਚ, ਤੇ 2 ਤੀਰ ਜੋੜ ਕਰਕੇ ਇੱਕ ਵਾਰੀ ਵਾਰ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਗਰੀਬ ਨਵਾਜ ਸਾਹਿਬ ਜੀ ਦੇ ਹੱਥ ਦੇ ਵਿੱਚੋਂ 2 ਤੀਰ ਛੁੱਟ ਕੇ ਚੱਲੇ। ਬੜੀ ਵੇਗ ਦੇ ਨਾਲ, ਤੇਜ਼ ਰਫ਼ਤਾਰ ਦੇ ਨਾਲ ਛੂਕਦੇ ਹੋਏ ਗਏ, ਬਹੁਤੀ ਤੇਜ਼ੀ ਦੇ ਨਾਲ। ਜਾਣੋ ਕਿ ਇਹ ਤਿੱਖੇ ਤਿੱਖੇ ਤੀਰ ਕੀ ਗਏ, ਇਹ ਤਾਂ ਭਿਆਨਕ ਨਾਗ ਹੀ ਚਲੇ ਗਏ, ਇਹ ਤਾਂ ਫਣੀਅਰ ਸੱਪ ਉੱਡਣੇ ਸੱਪ ਹੀ ਚਲੇ ਗਏ 2। ਤੇ ਜਾ ਕੇ ਡੰਗ ਮਾਰ ਦਿੱਤਾ ਤਾਰਾ ਆਜਮ ਦੇ ਮੱਥੇ ਵਿੱਚ ਇਹਨਾਂ ਨਾਗਾਂ ਨੇ। ਦੋਵੇਂ ਤੀਰ ਗੁਰੂ ਸਾਹਿਬ ਜੀ ਦੇ ਤਾਰਾ ਆਜਮ ਦੇ ਮੱਥੇ ਵਿੱਚ ਜਾ ਕੇ ਵੱਜੇ। ਸਤਿ ਸ੍ਰੀ ਅਕਾਲ। ਕਹਿੰਦੇ ਵੀ ਜਿਵੇਂ ਖੁੱਡ ਦੇ ਵਿੱਚ ਸੱਪ ਨਹੀਂ ਵੜ ਜਾਂਦਾ, ਬਰਮੀ ਕਹਿੰਦੇ ਆ ਸੱਪ ਦੀ ਖੁੱਡ, ਜਿਵੇਂ ਵਰਮੀ ਦੇ ਵਿੱਚ ਸੱਪ ਵੜ ਜਾਂਦਾ, ਇਸੇ ਤਰ੍ਹਾਂ ਹੀ ਇਹ ਦੋਵੇਂ ਜਾਣੂ ਕਿ ਸੱਪਾਂ ਦੀ ਤਰ੍ਹਾਂ ਤੀਰ ਤਾਰਾ ਆਜਮ ਦੇ ਮੱਥੇ ਵਿੱਚ ਪ੍ਰਵੇਸ਼ ਹੋ ਗਏ, ਮੱਥੇ ਥਾਣੀ ਲੰਘ ਗਏ। ਅਗਲੇ ਪਾਸੇ ਦੋਵੇਂ ਮੁਖੀਆਂ ਲੰਘ ਗਈਆਂ, ਤੀਰਾਂ ਦੀਆਂ ਮੁਖੀਆਂ ਜਿਹੜੀਆਂ ਬਾਗੜਾਂ ਸੀ ਉਹ ਪਿਛਲੇ ਪਾਸੇ ਦਿਸਦੀਆਂ, ਆਰ ਪਾਰ ਹੋ ਗਏ। ਪਿਛਲੇ ਪਾਸੇ ਉਹ ਬਾਗੜਾਂ ਰਹਿ ਗਈਆਂ ਤੀਰਾਂ ਦੀਆਂ, ਤੇ ਫੋਕ ਪਿਛਲੇ ਪਾਸੇ ਰਹਿ ਗਿਆ, ਤੇ ਜਿਹੜੀਆਂ ਮੁਖੀਆਂ ਸੀ ਅਗਲੇ ਪਾਸੇ ਉਹ ਦੋਵੇਂ ਅਗਲੇ ਪਾਸੇ ਲੰਘ ਗਈਆਂ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਹੁਣ ਖੂਨ ਨਿਕਲਿਆ ਨਾ ਵਿੱਚ ਦੀ, ਤੇ ਲਾਲ ਹੋ ਗਏ ਤੀਰ, ਤੇ ਜਾਣੋ ਕਹਿੰਦੇ ਵੀ ਅਨਾਰ ਕਲੀਆਂ 2 ਸੋਭ ਰਹੀਆਂ ਹਨ। ਜਾਂ ਕਹਿੰਦੇ ਜਿਵੇਂ ਸ਼ਾਰਕਾਂ ਪੰਛੀ ਆ, ਉਹ ਸਾਰਕਾਂ ਦੇ 2 ਬੱਚੇ ਆ, ਤੇ ਉਹਨਾਂ ਨੇ ਦੋਵਾਂ ਨੇ ਮੁੱਖ ਟੱਡਿਆ ਹੋਇਆ। ਜਿਵੇਂ ਜਿਹੜੇ ਬੱਚੇ ਹੁੰਦੇ ਪੰਛੀਆਂ ਦੇ, ਉਹਨਾਂ ਦੇ ਵਿੱਚੋਂ ਮੁੱਖ ਲਾਲ ਰੰਗ ਦੇ ਹੁੰਦੇ ਆ, ਪਹਿਲਾਂ ਥੋੜੇ ਜਿਹੇ ਵੱਡੇ ਹੋ ਜਾਂਦੇ ਆ ਤੇ ਫਿਰ ਉਹਨਾਂ ਦਾ ਮੁੱਖ ਚਿੱਟਾ ਜਿਹਾ ਹੋ ਜਾਂਦਾ, ਨਹੀਂ ਤੇ ਛੋਟੇ ਬੱਚਿਆਂ ਦੇ ਵਿੱਚੋਂ ਉਹਨਾਂ ਦੀਆਂ ਚੁੰਝਾਂ, ਉਹਨਾਂ ਦੇ ਮੁੱਖ ਜਿਹੜੇ ਉਹ ਲਾਲ ਰੰਗ ਦੇ ਹੁੰਦੇ ਆ। ਇਸ ਕਰਕੇ ਕਹਿੰਦੇ ਵੀ 2 ਸ਼ਾਰਕਾਂ ਦੇ ਜਿਵੇਂ ਮੁੱਖ ਹੋਣ, ਉਹ ਛੋਟੇ ਸ਼ਾਰਕਾਂ ਦੇ ਜਿਹੜੇ ਬੱਚੇ ਹਨ। ਜਦੋਂ ਦੋਵੇਂ ਤੀਰ ਮੱਥੇ ਚੋਂ ਆਰ ਪਾਰ ਹੋ ਗਏ ਤਾਰਾ ਆਜਮ ਦੇ, ਤੇ ਉਸੇ ਵੇਲੇ ਹੀ ਹਾਥੀ ਤੋਂ ਹੌਦੇ ਦੇ ਵਿੱਚੋਂ ਥੱਲੇ ਡਿੱਗ ਪਿਆ ਧਰਤੀ ਤੇ। ਆਪਣੇ ਦੁਸ਼ਮਣ ਬਹਾਦਰ ਸ਼ਾਹ ਦੀ ਉਹ ਹਾਰ ਚਾਹੁੰਦਾ ਤੇ ਆਪਣੀ ਜਿੱਤ ਚਾਹੁੰਦਾ ਮਰ ਗਿਆ। ਪਰ ਕਹਿੰਦੇ ਵੀ ਸੂਰਬੀਰਾਂ ਦੀ ਸ਼ੁਭ ਪਦਵੀ ਪ੍ਰਾਪਤ ਕਰ ਲਈ, ਕਿਉਂਕਿ ਜਿਹੜਾ ਜੰਗ ਦੇ ਮੈਦਾਨ ਵਿੱਚ ਮਰੇ ਸਾਹਮਣਾ ਕਰਦਾ ਹੋਇਆ ਉਹ ਸੂਰਬੀਰ ਦੀ ਪਦਵੀ ਹਾਸਲ ਕਰਦਾ। ਇਸ ਕਰਕੇ ਸ਼ੁਭ ਪਦਵੀ ਜਿਹੜੀ ਸੂਰਬੀਰਾਂ ਦੀ ਉਹ ਪ੍ਰਾਪਤ ਕਰ ਗਿਆ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥਾਂ ਤੋਂ ਮਰਿਆ ਵਾ, ਇਸ ਕਰਕੇ ਭਿਸਤ ਨੂੰ ਚਲੇ ਗਿਆ। ਇਹਦੇ ਆਲੇ ਦੁਆਲੇ ਜਿਹੜੇ 14 ਹਾਥੀ ਸੀ, ਤੇ ਉਹਨਾਂ 14 ਹਾਥੀਆਂ ਦੇ ਉੱਤੇ ਉਮਰਾਵ ਅਹੁਦੇਦਾਰ ਸਨ। ਉਹ ਵੀ ਤਾਰਾ ਆਜਮ ਦੇ ਨਾਲ ਹੀ ਉਹਨਾਂ ਹਾਥੀਆਂ ਤੋਂ ਥੱਲੇ ਡਿੱਗੇ। ਜੰਗ ਦੇ ਮੈਦਾਨ ਵਾਲੀ ਥਾਂ ਦੇ ਉੱਤੇ ਉਹਨਾਂ ਹਾਥੀਆਂ ਦੀਆਂ ਅਲਮਾਰੀਆਂ ਵਿੱਚੋਂ 14 ਹਾਥੀਆਂ ਦੇ ਉੱਤੋਂ ਅਹੁਦੇਦਾਰ ਉਮਰਾਵ ਥੱਲੇ ਡਿੱਗੇ। ਉਹਨਾਂ ਦੇ ਜਾ ਕੇ ਜਿਹੜੇ ਸ਼ਸਤਰ ਲੱਗੇ ਨਾ, ਉਹ ਸ਼ਹੀਦਾਂ ਦੇ ਹੱਥੋਂ ਲੱਗੇ। ਉਹਨਾਂ 14 ਨੂੰ ਸ਼ਹੀਦਾਂ ਨੇ ਥੱਲੇ ਸੁੱਟਿਆ। ਤਾਰਾ ਆਜਮ ਦੇ ਤਾਂ ਵੱਜਾ ਨਾ ਜਾ ਕੇ, ਮਹਾਰਾਜ ਦੇ 2 ਤੀਰ ਵੱਜੇ, ਪਰ ਬਾਕੀ ਜਿਹੜੇ 14 ਹਾਥੀਆਂ ਉੱਤੇ ਉਹ ਸਵਾਰ ਸੀ, ਉਹਨਾਂ ਨੂੰ ਗੁਰੂ ਕੇ ਸ਼ਹੀਦਾਂ ਨੇ ਸੁੱਟਿਆ। ਇਸ ਤਰ੍ਹਾਂ ਪ੍ਰਾਣਾਂ ਨੂੰ ਤਿਆਗ ਕੇ ਉਹ ਵੀ ਭਿਸਤ ਨੂੰ ਚਲੇ ਗਏ। ਗੁਰੂ ਕੇ ਸੂਰਮੇ ਸਿੰਘਾਂ ਨੇ ਹੋਰ ਵੀ ਸੈਂਕੜੇ ਸੂਰਮੇ ਉੱਥੇ ਖਤਮ ਕਰ ਦਿੱਤੇ। ਇੱਕੇ ਵਾਰੀ ਥੱਲੇ ਡਿੱਗੇ, ਅਨੇਕਾਂ ਤੇ ਪ੍ਰਾਣ ਗਵਾ ਗਏ। ਬਸ ਤਾਰਾ ਆਜਮ ਮਰਨ ਦੇ ਢੇਰ ਸੀ, ਤੇ ਨਾਲ ਦੇ 14 ਹੋਰ ਅਹੁਦੇਦਾਰ ਜਦੋਂ ਮਰੇ, ਉਮਰਾਵ ਡਿੱਗੇ ਹਾਥੀਆਂ ਤੋਂ ਥੱਲੇ, ਤੇ ਸਾਰੀ ਫੌਜ ਦੇ ਵਿੱਚ ਹਾਹਾਕਾਰ ਮਚ ਗਈ। ਰੌਲਾ ਪੈ ਗਿਆ ਵੀ ਆਪਣਾ
ਬਾਦਸ਼ਾਹ ਮਾਰਿਆ ਗਿਆ, ਵੀ ਤਾਰਾ ਆਜਮ ਮਾਰਿਆ ਗਿਆ, ਤਾਰਾ ਆਜਮ ਮਾਰਿਆ ਗਿਆ। ਜਦੋਂ ਇਹ ਸਾਰਿਆਂ ਨੂੰ ਪਤਾ ਲੱਗਾ ਵੀ ਤਾਰਾ ਆਜਮ ਡਿੱਗ ਪਿਆ, ਹਾਥੀ ਤੋਂ ਥੱਲੇ ਡਿੱਗ ਪਿਆ, ਮਰ ਗਿਆ, ਇਹ ਖਬਰ ਪਹੁੰਚ ਗਈ ਸਾਰੀ ਫੌਜ ਦੇ ਵਿੱਚ। ਜਿਹੜੇ ਅਹੁਦੇਦਾਰ ਉਮਰਾਵ ਬਚੇ ਸੀ ਉਸ ਮੌਕੇ ਤੇ, ਉਹਨਾਂ ਨੇ ਭਿਆਨਕ ਲੜਾਈ ਦੇ ਵਿੱਚੋਂ ਆਪਣੀ ਫੌਜ ਨੂੰ ਮੋੜ ਲਿਆ। ਫਿਰ ਵੀ ਹੁਣ ਨਹੀਂ ਆਪਾਂ ਜਿੱਤ ਸਕਦੇ, ਹੁਣ ਆਪਣਾ ਬਾਦਸ਼ਾਹ ਮਾਰਿਆ ਗਿਆ ਵਾ, ਵੱਡੇ ਜਰਨੈਲ 14 ਮਾਰੇ ਗਏ ਆ। ਇਸ ਕਰਕੇ ਉਹਨਾਂ ਨੇ ਭਿਆਨਕ ਲੜਾਈ ਦੇ ਵਿੱਚੋਂ ਸਾਰੀ ਫੌਜ ਨੂੰ ਫਿਰ ਰੋਕ ਦਿੱਤਾ। ਉਹ ਜਿੰਨੀ ਫੌਜ ਸੀ ਨਾ 22 ਲੱਖ, ਹੌਲੀ ਹੌਲੀ ਸਾਰੇ ਪਿਛਾਂਹ ਪੈਰ ਪੁੱਟ ਲਏ ਉਹਨਾਂ ਨੇ, ਪਿਛਾਂਹ ਹਟ ਗਏ। ਬਸ ਚੁੱਪ ਕਰਕੇ ਪਿਛਾਂਹ ਹੋ ਕਰਕੇ ਤੇ ਉਤਰ ਗਏ ਥੱਲੇ। ਫਿਰ ਆਪੋ ਆਪਣੇ ਜਿਹੜੇ ਦੂਤ ਸੀ ਉਹ ਭੇਜਣਾ ਕੀਤੇ, ਜਾ ਕਰਕੇ ਬਹਾਦਰ ਸ਼ਾਹ ਨੂੰ ਸੁਣਾਉਣ ਲੱਗ ਪਏ ਦੂਤ। ਕਹਿਣ ਲੱਗੇ ਵੀ ਤਾਰਾ ਆਜਮ ਜੰਗ ਦੇ ਮੈਦਾਨ ਵਿੱਚ ਹਾਥੀ ਤੋਂ ਮਰ ਕੇ ਥੱਲੇ ਡਿੱਗ ਪਿਆ। ਹਾਂ, ਸਾਨੂੰ ਸੰਭਾਲ ਨਹੀਂ ਰਹੀ ਵੀ ਉਹ ਕਿਹੜੇ ਸ਼ਸਤਰ ਨਾਲ ਮਰਿਆ ਹੈ। ਇੰਨਾ ਨਹੀਂ ਪਤਾ ਲੱਗਾ ਵੀ ਕਿਹੜੇ ਹਥਿਆਰ ਨਾਲ ਮਰਿਆ, ਪਰ ਮਰ ਕੇ ਥੱਲੇ ਜ਼ਰੂਰ ਡਿੱਗ ਗਿਆ ਹੈ। ਬਹਾਦਰ ਸ਼ਾਹ ਨੇ ਜਿਸ ਵੇਲੇ ਇਹ ਗੱਲ ਸੁਣੀ ਵੀ ਤਾਰਾ ਆਜਮ ਮਾਰਿਆ ਗਿਆ, ਉਹਨੂੰ ਖੁਸ਼ੀ ਚੜ੍ਹ ਗਈ, ਆਨੰਦ ਦੇ ਸਹਿਤ ਹੋ ਗਿਆ ਤੇ ਸਾਰਿਆਂ ਨੂੰ ਬੁਲਾ ਲਿਆ, ਜਿੰਨੇ ਆਪਣੇ ਜਰਨੈਲ ਸੀ, ਅਹੁਦੇਦਾਰ ਸੀ। ਸਾਰੇ ਵਜ਼ੀਰ, ਉਮਰਾਵ, ਅਹੁਦੇਦਾਰ ਬਹਾਦਰ ਸ਼ਾਹ ਨੂੰ ਆ ਕੇ ਮਿਲੇ। ਉਹਨਾਂ ਨੇ ਆ ਕੇ ਬਹਾਦਰ ਸ਼ਾਹ ਦੇ ਅੱਗੇ ਆਪਣਾ ਸੀਸ ਨਿਵਾਇਆ। ਫਿਰ ਉਹਨਾਂ ਨੂੰ ਨਾਲ ਲੈ ਕਰਕੇ ਆਪਣੀ ਫੌਜ ਨੂੰ ਤੇ ਬਹਾਦਰ ਸ਼ਾਹ ਫਿਰ ਖੋਜਣ ਗਿਆ, ਭਾਲਣ ਗਿਆ ਕਿ ਜਿੱਥੇ ਤਾਰਾ ਆਜਮ ਮਰਿਆ ਵਾ ਮੈਂ ਜਾ ਕੇ ਵੇਖਾਂ ਤਾਂ ਸਹੀ। ਜਿੱਥੇ ਬੜਾ ਭਿਆਨਕ ਜੰਗ ਹੋਇਆ ਸੀ, ਵੱਡੇ ਜੰਗ ਦੇ ਵਿੱਚ ਜਿੱਥੇ ਮਰਿਆ ਪਿਆ ਸੀ, ਜਾ ਕੇ ਮਰੇ ਹੋਏ ਆਪਣੇ ਭਰਾ ਤਾਰਾ ਆਜਮ ਨੂੰ ਵੇਖਿਆ ਬਹਾਦਰ ਸ਼ਾਹ ਨੇ, ਤੇ ਫਿਰ ਮੱਥੇ ਵਿੱਚ ਵੱਜੇ ਤੀਰ ਵੇਖੇ ਤੇ ਉਹਨਾਂ ਤੀਰਾਂ ਨੂੰ ਫਿਰ ਮੱਥੇ ਵਿੱਚੋਂ ਕੱਢਿਆ। ਜਿਨ੍ਹਾਂ ਤੀਰਾਂ ਦੇ ਨਾਲ ਸੋਨਾ ਲਿਪਾਏਮਾਨ ਸੀ, ਦੋਨਾਂ ਤੀਰਾਂ ਦੇ ਨਾਲ ਸੋਨਾ ਲੱਗਾ ਹੋਇਆ ਸੀ, 1.25 ਤੋਲਾ ਸੋਨਾ, ਕਿਉਂਕਿ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਤੀਰਾਂ ਦੇ ਨਾਲ ਸੋਨਾ ਜੜਤ ਕਰਾਇਆ ਕਰਦੇ ਸਨ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ, ਗਰੀਬ ਨਵਾਜ਼ ਸਾਹਿਬ ਜੀ। ਲక్ష్ਮੀ ਇਹ ਆਖਦੀ ਸੀ ਵੈਰੀ ਨੂੰ ਜੇ ਬਾਣ ਮਾਰੋ, ਉਹਦੀ ਚੁੰਝ ਅੱਗੇ ਵੀ ਤਾਂ ਸੋਨਾ ਹੀ ਚੜਾਇਆ ਜਾਵੇ। ਤਾਂ ਜਿਸ ਵੇਲੇ ਉਹ ਤੀਰ ਕੱਢੇ ਤੇ ਮਹਾਰਾਜ ਸਾਹਿਬ ਜੀ ਦੇ ਤੀਰਾਂ ਦੇ ਨਾਲ 1.25 ਤੋਲਾ ਸੋਨਾ ਲੱਗਾ ਹੋਇਆ, ਉਹ ਸੋਨੇ ਕੰਚਨ ਦੇ ਨਾਲ ਲਿਪਤ ਜਿਹੜੇ ਤੀਰ ਸੀ ਉਹ ਵੇਖੇ। ਉਹਨਾਂ ਦੋਨਾਂ ਤੀਰਾਂ ਨੂੰ ਬਹਾਦਰ ਸ਼ਾਹ ਨੇ ਫਿਰ ਆਪਣੇ ਪਾਸ ਚੰਗੀ ਤਰ੍ਹਾਂ ਸੰਭਾਲ ਕੇ ਰੱਖ ਲਿਆ। ਹੁਣ ਜਾਣਦਾ ਤੇ ਹੈਗਾ ਵਾ ਸਭ ਕੁਝ, ਪਰ ਫਿਰ ਵੀ ਪਰਖਣਾ ਚਾਹੁੰਦਾ। ਪਰਖਣ ਦੇ ਵਾਸਤੇ ਵੀ ਇਹ ਕਿਸ ਨੇ ਤੀਰ ਚਲਾਏ ਹਨ, ਤੇ ਆਪਣੇ ਭਰਾ ਤਾਰਾ ਆਜਮ ਨੂੰ ਫਿਰ ਦਫਨਾ ਦਿੱਤਾ ਤੇ ਬੜੀ ਖੁਸ਼ੀ ਮੰਨੀ। ਜਾਣੋ ਕਿ ਰੰਕ ਸੀ ਇੱਕ ਬਹਾਦਰ ਸ਼ਾਹ ਤੇ ਇੰਦਰ ਰਾਜੇ ਦੇ ਬਰਾਬਰ ਹੋ ਗਿਆ। ਫਿਰ ਸਾਰੀ ਫੌਜ ਆ ਕੇ ਮਿਲ ਗਈ, ਕਿਉਂਕਿ ਜਿਹੜਾ ਜਿੱਤ ਜਾਵੇ ਸਾਰੇ ਫਿਰ ਫੌਜ ਉਹਦੇ ਵਾਲੇ ਪਾਸੇ ਜਾਣੀ ਹੈ। ਜਿਹੜਾ ਜਿੱਤ ਗਿਆ, ਹੁਣ ਤਾਰਾ ਆਜਮ ਮਾਰਿਆ ਗਿਆ, ਉਹਦੀਆਂ 22 ਲੱਖ ਫੌਜਾਂ ਬਹਾਦਰ ਸ਼ਾਹ ਵਾਲੇ ਪਾਸੇ ਆ ਗਈਆਂ ਤੇ ਹੁਣ ਇਹ ਬਾਦਸ਼ਾਹ ਬਣ ਗਿਆ। ਤੋ ਇਸ ਤਰੀਕੇ ਨਾਲ ਕਹਿੰਦੇ ਵੀ ਇਹ ਸਾਰਾ ਹੀ ਜਿੰਨਾ ਲਸ਼ਕਰ ਸੀ ਉਹ ਆ ਕੇ ਮਿਲ ਪਿਆ ਤੇ ਸਾਰਿਆਂ ਨੂੰ ਧੀਰਜ ਦਿੱਤੀ ਤੇ ਉਸ ਵੇਲੇ ਸਾਰਿਆਂ ਨੂੰ ਇਹਨੇ ਸੰਭਾਲ ਲਿਆ। ਕਹਿਣ ਲੱਗੇ ਵੀ ਤੁਹਾਡੀ ਤੇ ਗਲਤੀ ਕੋਈ ਨਹੀਂ, ਕਿਉਂਕਿ ਤੁਸੀਂ ਤੇ ਆਪਣੀ ਬਾਦਸ਼ਾਹ ਦੇ ਮਗਰ ਲੜਾਈ ਕਰਨੀ ਹੈ ਨਾ। ਇਸ ਕਰਕੇ ਉਹ ਕਹਿਣ ਲੱਗੇ ਜੀ ਅਸੀਂ ਤਾਂ ਮਗਰ ਤੁਰਨਾ ਹੀ ਹੁੰਦਾ, ਫਿਰ
ਅਸੀਂ ਤਾਂ ਨੌਕਰੀ ਕਰਨੀ ਹੈ, ਹੁਣ ਸਾਨੂੰ ਆਪਣੇ ਪਾਸ ਰੱਖ ਲਓ। ਤੇ ਉਹ ਸਾਰਿਆਂ ਨੂੰ ਧੀਰਜ ਦਿੱਤੀ ਹੈ ਤੇ ਧੀਰਜ ਦੇ ਕੇ ਸੰਭਾਲ ਲਿਆ ਹੈ। ਜਿਵੇਂ ਪਹਿਲਾਂ ਜੋ ਉਹਨਾਂ ਦੇ ਅਹੁਦੇ ਮੁਰਾਤਬੇ ਸੀ ਨਾ ਤਾਰਾ ਆਜ਼ਮ ਦੇ ਕੋਲੇ, ਇੱਧਰ ਵੀ ਉਹੀ ਪ੍ਰਾਪਤ ਕਰ ਲਏ। ਸਾਰਿਆਂ ਨੂੰ ਦਾਨ ਵੀ ਦਿੱਤਾ, ਮਾਣ ਸਨਮਾਨ ਵੀ ਦਿੱਤਾ, ਸਾਰਿਆਂ ਨੂੰ ਅਪਣਾ ਲਿਆ। ਕਿਉਂਕਿ ਫੌਜਾਂ ਤੇ ਉਹੀ ਰਹਿੰਦੀਆਂ ਵਾ, ਉੱਪਰਲੇ ਬਦਲਦੇ ਰਹਿੰਦੇ ਆ, ਫੌਜ ਤੇ ਉਹੀ ਰਹਿਣੀ ਆ। ਬਾਦਸ਼ਾਹ ਬਦਲ ਜਾਂਦਾ, ਰਾਜਾ ਬਦਲ ਜਾਂਦਾ, ਪ੍ਰਜਾ ਤੇ ਉਹੀ ਰਹਿੰਦੀ ਆ। ਇਸ ਕਰਕੇ ਉਹ ਸਾਰੀ ਉਹ ਦੇ ਕਰਕੇ ਮਾਣ ਸਨਮਾਨ ਤੇ ਸਾਰੀ ਫੌਜ ਨੂੰ ਫਿਰ ਬਹਾਦਰ ਸ਼ਾਹ ਨੇ ਅਪਣਾ ਲਿਆ ਹੈ। ਫਿਰ ਉੱਥੇ ਹੀ ਡੇਰਾ ਕਰ ਲਿਆ ਜੰਗ ਵਾਲੀ ਧਰਤੀ ਤੇ। ਫਿਰ ਖੁਦਾ ਦੀ, ਅੱਲਾ ਦੀ ਸਿਫਤ ਵਰਣਨ ਕੀਤੀ ਹੈ ਬਹਾਦਰ ਸ਼ਾਹ ਨੇ। ਕਹਿੰਦਾ ਹੇ ਅੱਲਾ, ਹੇ ਖੁਦਾ, ਤੇਰੀ ਦਰਗਾਹ ਦਾ ਸ਼ੁਕਰ ਹੈ, ਤੂੰ ਮੈਨੂੰ ਜਿੱਤ ਦਿਵਾਈ ਹੈ। ਮੈਨੂੰ ਦੀਨ ਵੇਖ ਕਰਕੇ, ਗਰੀਬ ਵੇਖ ਕਰਕੇ, ਦੁਖੀ ਵੇਖ ਕਰਕੇ ਤੇ ਮੈਨੂੰ ਪਾਤਸ਼ਾਹ ਕਰ ਦਿੱਤਾ ਹੈ ਤੂੰ। ਫਿਰ ਭਾਈ ਧਰਮ ਸਿੰਘ ਜੀ ਨੂੰ ਸਤਿਕਾਰ ਦੇ ਨਾਲ ਆਪਣੇ ਪਾਸ ਬਿਠਾਇਆ ਹੈ ਤੇ ਫਿਰ ਬਚਨ ਕੀਤਾ ਹੈ ਭਾਈ ਧਰਮ ਸਿੰਘ ਜੀ ਦੇ ਨਾਲ। ਕਹਿਣ ਲੱਗਾ ਬਹਾਦਰ ਸ਼ਾਹ ਕਿ ਭਾਈ ਧਰਮ ਸਿੰਘ ਜੀ, ਧੰਨ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਮੇਰੀ ਮਦਦ ਨਿਭਾਈ ਹੈ, ਮੇਰੀ ਮਦਦ ਕੀਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਹਨ। ਜਿਨ੍ਹਾਂ ਨੇ ਬਚਨ ਕੀਤਾ ਸੀ ਉਹਨਾਂ ਦਾ ਬਚਨ ਪੂਰਾ ਹੋਇਆ। ਉਹਨਾਂ ਨੇ ਆਪਣੇ ਬੋਲ ਪੂਰੇ ਕੀਤੇ। ਆਖਿਆ ਸੀ ਵੀ ਅਸੀਂ ਮਦਦ ਕਰਾਂਗੇ ਜੰਗ ਦੇ ਮੈਦਾਨ ਵਿੱਚ ਆ ਕੇ। ਉਹਨਾਂ ਨੇ ਮਦਦ ਕਰਕੇ ਆਪਣੇ ਬੋਲ ਪੂਰੇ ਕਰਕੇ ਤੇ ਮੈਨੂੰ ਬਾਦਸ਼ਾਹੀ ਦਿਵਾਈ ਹੈ। ਫਿਰ ਸਾਰੇ ਉਮਰਾਵ ਅਹੁਦੇਦਾਰ ਬੁਲਾਏ ਹਨ। ਜਿੰਨੇ ਸਭਾ ਵਿੱਚ ਬੈਠਣ ਵਾਲੇ ਸੀ, ਵਜ਼ੀਰ ਮੰਤਰੀ, ਉਹ ਸਾਰੇ ਚੱਲ ਕੇ ਆਏ। ਹੁਣ ਉਹ ਦੋਵੇਂ ਤੀਰ ਜਿਹੜੇ ਆਪਣੇ ਪਾਸ ਸਾਂਭ ਕੇ ਰੱਖੇ ਸੀ ਨਾ, ਤਾਰੇ ਆਜ਼ਮ ਦੇ ਮੱਥੇ ਵਿੱਚੋਂ ਕੱਢ ਕੇ, ਉਹ ਆਪਣੀ ਸਾਰੀ ਸਭਾ ਬੁਲਾ ਕਰਕੇ ਅਹੁਦੇਦਾਰਾਂ ਨੂੰ, ਵਜ਼ੀਰਾਂ ਨੂੰ, ਉਮਰਾਵਾਂ ਨੂੰ, ਜਰਨੈਲਾਂ ਨੂੰ ਬੁਲਾ ਕੇ ਤੇ ਦੋਵੇਂ ਤੀਰ ਵਿਖਾਏ ਕਿ ਜਰਨੈਲੋ ਦੱਸੋ ਆ ਕਿਹਦੇ ਪੱਥੇ ਵਿੱਚੋਂ ਨਿਕਲੇ ਤੀਰ ਵਾ? ਆ ਤੀਰ ਕਿਸ ਦੇ ਪੱਥੇ ਦੇ ਹਨ? ਉਸ ਵੇਲੇ ਫਿਰ ਵੱਡੇ ਵੱਡੇ ਜਰਨੈਲ ਖਵਾਉਣ ਵਾਲੇ, ਆਪਣੇ ਆਪ ਨੂੰ ਖੱਬੀ ਖਾਨ ਖਵਾਉਣ ਵਾਲੇ ਜਿਹੜੇ ਸੀ, ਉਹ ਬੜੇ ਵਫਾ ਕੇ ਫੱਬ ਕੇ ਬੋਲੇ, ਹੰਕਾਰ ਕਰਕੇ ਬੋਲੇ। ਹਰ ਕੋਈ ਕਹਿਣ ਲੱਗਾ ਇਹ ਤਾਂ ਮੇਰੇ ਹੀ ਪੱਥੇ ਦੇ ਤੀਰ ਵਾ, ਇਹ ਤਾਂ ਮੈਂ ਹੀ ਚਲਾਏ ਆ, ਮੇਰੇ ਤੀਰਾਂ ਨਾਲ ਹੀ ਕਹਿੰਦਾ ਤਾਰਾ ਆਜ਼ਮ ਮਰਿਆ। ਤੋ ਇਸ ਤਰ੍ਹਾਂ ਫੱਬ ਕੇ ਕਹਿਣ ਲੱਗੇ। ਉਹ ਕਹਿਣ ਲੱਗੇ ਤਾਂ ਮੇਰੇ ਹੀ ਹੱਥੋਂ, ਮੇਰੇ ਹੀ ਪੱਥੇ ਦੇ ਤੀਰ ਗਏ ਹਨ ਤੇ ਜਾ ਕੇ ਲੱਗੇ ਆ। ਇਸ ਤਰ੍ਹਾਂ ਇੱਕ ਕਹਿ ਕੇ ਹਟਦਾ, ਦੂਜਾ ਕਹਿੰਦਾ ਨਹੀਂ ਤੇਰੇ ਨਹੀਂ, ਇਹ ਤਾਂ ਮੇਰੇ ਤੀਰ ਵਾ, ਇਹ ਤਾਂ ਮੈਂ ਖਿੱਚ ਕੇ ਮਾਰੇ ਸੀ ਤਾਰਾ ਆਜ਼ਮ ਦੇ ਮੱਥੇ ਵਿੱਚ। ਤੀਜਾ ਕਹਿੰਦਾ ਨਹੀਂ ਤੁਸੀਂ ਦੋਵੇਂ ਝੂਠ ਬੋਲਦੇ ਹੋ, ਇਹ ਤਾਂ ਮੇਰੇ ਤੀਰ ਵਾ, ਇਹ ਤਾਂ ਮੈਂ ਖਿੱਚ ਕੇ ਵਾਰ ਕੀਤਾ ਸੀ ਤਾਰਾ ਆਜ਼ਮ ਦੇ। ਇਸ ਤਰ੍ਹਾਂ ਫਿਰ ਕਹਿਣ ਲੱਗਾ ਬਹਾਦਰ ਸ਼ਾਹ ਵੀ ਇਸ ਤਰ੍ਹਾਂ ਨਹੀਂ ਗੱਲ ਬਣਨੀ, ਆਪਣੇ ਤੀਰ ਕੱਢ ਕੇ ਦਿਓ ਤੇ ਮੈਂ ਮਿਲਾ ਕੇ ਵੇਖਦਾ ਵੀ ਕਿਹਦਾ ਤੀਰ ਮਿਲਦਾ ਵਾ ਇਹਨਾਂ ਤੀਰਾਂ ਦੇ ਨਾਲ। ਸਾਰਿਆਂ ਦੇ ਪੱਥੇ ਦੇ ਤੀਰ ਲੈ ਕੇ ਮਿਲਾਏ ਨਾਲ। ਹੁਣ ਕਿਸੇ ਨਾਲ ਮਿਲਦੇ ਨਹੀਂ ਇਹ ਤੀਰ, ਬਰਾਬਰਤਾ ਨਹੀਂ ਪੈਂਦੀ ਹੈ। ਬਹਾਦਰ ਸ਼ਾਹ ਤੇ ਸਾਰਾ ਭੇਦ ਜਾਣਦਾ ਹੀ ਸੀ ਵੀ ਇਹ ਤੀਰ ਕਿਹਦੇ ਆ। ਉਂਝ ਹੀ ਪੁੱਛਦਾ ਸੀ, ਪਰਖਦਾ ਸੀ ਆਪਣੇ ਜਰਨੈਲਾਂ ਨੂੰ ਵੀ ਵੇਖ ਲਈਏ। ਤੋ ਇਸ ਤਰ੍ਹਾਂ ਸਾਰਾ ਭੇਦ ਜਾਣਦਾ ਹੈ। ਪਰ ਇਹਨਾਂ ਅਹੁਦੇਦਾਰਾਂ ਤੁਰਕਾਂ ਤੋਂ ਭੈ ਧਾਰਨ ਕਰਕੇ ਨਹੀਂ ਬੋਲਿਆ। ਪਰ ਇੰਨੀ ਗੱਲ ਕਹਿ ਦਿੱਤੀ ਆਪਣੇ ਜਰਨੈਲਾਂ ਨੂੰ, ਵਜ਼ੀਰਾਂ ਨੂੰ
ਅਹਿਲਕਾਰਾਂ ਨੂੰ, ਕਹਿਣ ਲੱਗਾ ਇਹ ਜਿਹੜੇ ਤੀਰ ਵਾ ਇਹ ਤੁਹਾਡੇ ਕਿਸੇ ਦੇ ਤੀਰਾਂ ਨਾਲ ਨਹੀਂ ਮਿਲਦੇ, ਇਹ ਅਜਾਇਬ ਤਰ੍ਹਾਂ ਦੇ ਤੀਰ ਆ, ਇਹ ਅਨੋਖੇ ਤਰ੍ਹਾਂ ਦੇ ਤੀਰ ਆ, ਇਹ ਅਲੌਕਿਕ ਤਰ੍ਹਾਂ ਦੇ ਤੀਰ ਆ। ਹਾਂਜੀ, ਨਹਿ ਕਿਹ ਤਰਕਸ਼ ਕੇ, ਇਹ ਕਿਸੇ ਹੋਰ ਭੱਥੇ ਦੇ ਨਹੀਂ, ਇਹ ਤੁਹਾਡੇ ਭੱਥੇ ਵਿੱਚੋਂ ਨਿਕਲੇ ਤੀਰ ਨਹੀਂ ਹਨ। ਫਿਰ ਕਈ ਕਹਿਣ ਲੱਗੇ ਜੀ ਅਸੀਂ ਵੀ ਵੇਖੇ ਸੀ, ਕੋਈ ਆਕਾਸ਼ੋਂ ਫਰਿਸ਼ਤੇ ਉਤਰੇ ਸੀ ਜੰਗ ਦੇ ਮੌਕੇ ਤੇ, ਫਰਿਸ਼ਤੇ ਜੰਗ ਵਿੱਚ ਆਏ ਸਨ। ਇਹ ਬਹਾਦਰ ਸ਼ਾਹ ਤੁਹਾਡੀ ਸਹਾਇਤਾ ਕਰਨ ਵਾਸਤੇ ਫਰਿਸ਼ਤੇ ਆ ਗਏ ਸੀ ਜੰਗ ਦੇ ਵਿੱਚ। ਅਸੀਂ ਵੇਖਿਆ ਹੈ ਵੀ ਅਲੌਕਿਕ ਤਰ੍ਹਾਂ ਦਾ ਦਲ, ਗੁਪਤੀ ਆਇਆ ਹੋਇਆ ਦਲ ਜਿਹੜਾ ਸੀ ਨਾ, ਉਹ ਮਾਰਦਾ ਹੋਇਆ ਅਸੀਂ ਵੇਖਿਆ, ਜੰਗ ਕਰਦਾ ਹੋਇਆ। ਅਜਗੈਬੀ ਜਿਹੜਾ ਦਲ ਹੈ ਉਹ ਅਜਗੈਬੀ ਫੌਜਾਂ ਵੇਖੀਆਂ ਅਸੀਂ। ਹੇ ਬਹਾਦਰ ਸ਼ਾਹ, ਤੇਰਾ ਤੇਜ ਪ੍ਰਤਾਪ ਤਾਂ ਖੁਦਾ ਨੇ ਵੱਡਾ ਕੀਤਾ ਹੈ, ਤੇਰੇ ਪ੍ਰਤਾਪ ਨੂੰ ਖੁਦਾ ਨੇ ਵਧਾਇਆ, ਖੁਦਾ ਨੇ ਫਰਿਸ਼ਤੇ ਭੇਜੇ ਆਕਾਸ਼ ਤੋਂ ਤੇ ਉਹਨਾਂ ਨੇ ਆ ਕਰਕੇ ਤੈਨੂੰ ਇਹ ਫਤਿਹ ਦਵਾਈ ਹੈ, ਜਿੱਤ ਦਵਾਈ ਹੈ। ਤੋਂ ਇਸ ਤਰ੍ਹਾਂ ਸੁਣ ਕਰਕੇ ਵੇਖ ਕਰਕੇ ਸਾਰੇ ਹੈਰਾਨ ਹੋਏ ਤੇ ਬਹਾਦਰ ਸ਼ਾਹ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰਕੇ ਬਹੁਤ ਖੁਸ਼ ਹੋਇਆ ਕਿ ਮੈਨੂੰ ਬਾਦਸ਼ਾਹੀ ਪ੍ਰਾਪਤ ਹੋ ਗਈ ਹੈ। ਸਾਰਾ ਬਖੇਰਾ ਮਿਟ ਗਿਆ ਤੇ ਸ਼ਾਂਤੀ ਹੋ ਗਈ ਯੁੱਧ ਤੋਂ ਮਗਰੋਂ। ਇਸ ਕਾਰਨ ਕਰਕੇ ਬਹੁਤ ਜ਼ਿਆਦਾ ਖੁਸ਼ੀ ਹੈ ਬਹਾਦਰ ਸ਼ਾਹ ਨੂੰ। ਕੁਝ ਦਿਨ ਲੰਘ ਗਏ ਆ ਇਹ ਜੰਗ ਤੋਂ ਬਾਅਦ, ਜਦੋਂ ਬਹਾਦਰ ਸ਼ਾਹ ਨੂੰ ਰਾਜ ਭਾਗ ਮਿਲ ਗਿਆ ਤੇ ਫਿਰ ਕੁਝ ਦਿਨਾਂ ਤੋਂ ਬਾਅਦ ਭਾਈ ਧਰਮ ਸਿੰਘ ਜੀ ਨੂੰ ਬੁਲਵਾਇਆ ਹੈ। ਬੜਾ ਸਤਿਕਾਰ ਕੀਤਾ ਭਾਈ ਧਰਮ ਸਿੰਘ ਜੀ ਦਾ ਬਹਾਦਰ ਸ਼ਾਹ ਨੇ, ਤੇ ਸਭ ਵਿਧੀ ਦੇ ਨਾਲ ਭਾਈ ਧਰਮ ਸਿੰਘ ਜੀ ਨੂੰ ਸਮਝਾਉਣਾ ਕੀਤਾ, ਬੇਨਤੀ ਕੀਤੀ ਹੈ। ਕਹਿਣ ਲੱਗਾ ਬਹਾਦਰ ਸ਼ਾਹ ਕਿ ਭਾਈ ਧਰਮ ਸਿੰਘ ਜੀ, ਮੈਂ ਹੁਣ ਆਗਰੇ ਨਗਰ ਦੇ ਵਿੱਚ ਜਾਵਾਂਗਾ। ਹਾਂ, ਮੈਂ ਆਗਰੇ ਸ਼ਹਿਰ ਵਿੱਚ ਜਾ ਕਰਕੇ ਤੇ ਆਪਣੀ ਸਾਰੀ ਫੌਜ ਨੂੰ ਸੰਭਾਲਾਂਗਾ ਜੋ ਵੱਡੀ ਗਿਣਤੀ ਵਿੱਚ ਹੈ। ਫਿਰ ਮੈਂ ਆਗਰੇ ਸ਼ਹਿਰ ਵਿੱਚ ਬੈਠ ਕਰਕੇ ਸਾਰਾ ਲੈਣ ਦੇਣ ਜਿਹੜਾ ਉਹ ਕਰਾਂਗਾ, ਕਿਉਂਕਿ ਵੱਡੀ ਗਿਣਤੀ 'ਚ ਫੌਜ ਹੈ, ਉਹ ਸਾਰੇ ਜਰਨੈਲਾਂ ਨੂੰ ਵੀ ਸੰਭਾਲਣਾ, ਫੌਜ ਨੂੰ ਵੀ ਥਾਂ ਪਰ ਥਾਂ ਰੱਖਣਾ ਹੈ, ਸਾਰਾ ਲੈਣ ਦੇਣ ਵੀ ਕਰਨਾ ਵਾ, ਇਨਾਮ ਦੇਣੇ, ਤਨਖਾਹਾਂ ਦੇਣੀਆਂ, ਉਹ ਸਾਰਾ ਲੈਣ ਦੇਣ ਵੀ ਮੈਂ ਕਰਾਂਗਾ ਆਗਰੇ ਜਾ ਕੇ। ਤੇ ਫਿਰ ਸਾਰਾ ਪ੍ਰਬੰਧ ਵੀ ਕਰਨਾ ਵਾ ਹਿੰਦੁਸਤਾਨ ਦੇ ਸਾਰੇ ਸੂਬਿਆਂ ਦਾ, ਤੇ ਫਿਰ ਸਾਰੇ ਸੂਬੇ ਜਿਹੜੇ ਆ ਉਹ ਥਾਂ ਪਰ ਥਾਂ ਸਾਰੇ ਸੂਬਿਆਂ ਦੇ ਵਿੱਚ ਮੈਂ ਭੇਜਾਂਗਾ। ਤੇ ਤੁਸੀਂ ਹੁਣ ਜਾਓ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ, ਤੇ ਸਤਿਗੁਰਾਂ ਦੇ ਪਾਸ ਜਾ ਕਰਕੇ ਇਹ ਜਿੱਤ ਦੀ ਜਿਹੜੀ ਫਤਿਹ ਦੀ ਗੱਲ ਹੈ ਨਾ, ਇਹ ਦੱਸੋ ਜਾ ਕਰਕੇ ਸਤਿਗੁਰੂ ਜੀ ਨੂੰ, ਤੇ ਮੇਰੇ ਵੱਲੋਂ ਮੇਰੀ ਬੰਦਗੀ ਸਤਿਗੁਰੂ ਜੀ ਨੂੰ ਜਾ ਕੇ ਸੁਣਾਇਓ, ਮੇਰੀ ਨਮਸਕਾਰ ਸੁਣਾਇਓ ਕਿ ਬਹਾਦਰ ਸ਼ਾਹ ਆਪ ਜੀ ਨੂੰ ਨਮਸਕਾਰ ਕਰਦਾ ਹੈ, ਮੱਥਾ ਟੇਕਦਾ ਹੈ। ਤੇ ਫਿਰ ਸਤਿਗੁਰੂ ਜੀ ਨੂੰ ਬੇਨਤੀ ਕਰਕੇ ਇਧਰ ਨੂੰ ਦਿੱਲੀ ਵਾਲੇ ਪਾਸੇ ਨੂੰ ਤੁਸੀਂ ਲੈ ਕੇ ਆਇਓ। ਸਤਿਗੁਰੂ ਜੀ ਨੂੰ ਬੇਨਤੀ ਕਰਿਓ ਕਿ ਮਹਾਰਾਜ ਬਹਾਦਰ ਸ਼ਾਹ ਨੂੰ ਆਪਣਾ ਜਾਣ ਕੇ ਇੱਥੇ ਆਗਰੇ ਆ ਕਰਕੇ ਮਹਾਰਾਜ ਦਰਸ਼ਨ ਦੇਣਾ ਕਰੋ। ਸਤਿਗੁਰੂ ਜੀ ਨੂੰ ਬੇਨਤੀ ਕਰਿਓ ਮਹਾਰਾਜ ਬਿਨਾਂ ਦੇਰੀ ਤੋਂ ਇਧਰਲੇ ਪਾਸੇ ਆ ਕੇ ਚਰਨ ਪਾਓ ਤੇ ਦਰਸ਼ਨ ਦਿਓ। ਇਸ ਤਰ੍ਹਾਂ ਜਿਹੜੇ ਪਿਆਰੇ ਧਰਮ ਸਿੰਘ ਜੀ ਦੇ ਨਾਲ 5 ਸਿੰਘ ਆਏ ਸੀ ਨਾ, ਕਲਗੀਧਰ ਪਾਤਸ਼ਾਹ ਨੇ ਭੇਜੇ ਸੀ 5 ਸਿੰਘ, ਉਹਨਾਂ 5 ਹੀ ਸਿੰਘਾਂ ਨੂੰ ਸਿਰੋਂ ਪਾਓ ਦਿੱਤੇ। ਭਾਈ ਧਰਮ ਸਿੰਘ ਜੀ ਦਾ ਵੀ ਮਾਣ ਸਨਮਾਨ ਕੀਤਾ। ਹੁਣ ਭਾਈ ਧਰਮ ਸਿੰਘ ਜੀ 5 ਹੀ ਸਿੰਘ ਚੱਲੇ ਹਨ
ਉਧਰਲੇ ਪਾਸੇ ਨੂੰ ਜਿੱਧਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਵੀਨ ਸਤਿਗੁਰੂ ਹਨ, ਆਏ ਦਿੱਲੀ ਸ਼ਹਿਰ ਦੇ ਰਸਤੇ ਵੱਲ ਨੂੰ ਚੱਲ ਕੇ ਆਏ ਤੇ ਪਿਆਰੇ ਧਰਮ ਸਿੰਘ ਜੀ ਆ ਕੇ ਮਿਲੇ, ਆ ਕੇ ਸੀਸ ਨਵਾਇਆ ਸਤਿਗੁਰੂ ਜੀ ਨੂੰ। ਜਦੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਨਾ, ਨਮਸਕਾਰ ਕੀਤੀ, ਦੋਵੇਂ ਹੱਥ ਜੋੜ ਕੇ ਸਨਮੁਖ ਹੋ ਕੇ ਬੈਠੇ। ਸੁਭਾਏਮਾਨ ਮੁਖ ਤੋਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਚਨ ਕੀਤਾ, ਭਾਈ ਧਰਮ ਸਿੰਘ ਜੀ ਦੀ ਤਰਫ ਵੇਖ ਕਰਕੇ ਮਹਾਰਾਜ ਕਹਿੰਦੇ, ਭਾਈ ਧਰਮ ਸਿੰਘ ਜੀ, ਜਿਵੇਂ ਬਾਦਸ਼ਾਹੀ ਜੰਗ ਹੋਇਆ ਹੈ, ਦੱਸੋ ਕਿਸ ਦੀ ਜਿੱਤ ਹੋਈ ਆ ਤੇ ਕਿਸ ਦੀ ਹਾਰ ਹੋਈ ਹੈ। ਭਾਈ ਧਰਮ ਸਿੰਘ ਜੀ ਨੇ ਕਲਗੀਧਰ ਪਾਤਸ਼ਾਹ ਜੀ ਦੀ ਬੇਨਤੀ ਸੁਣ ਕਰਕੇ, ਵਾਹਿਗੁਰੂ ਮਹਾਰਾਜ ਦਾ ਬਚਨ ਸੁਣ ਕਰਕੇ ਬੇਨਤੀ ਕੀਤੀ ਹੈ। ਉਂਝ ਪਿਆਰ ਵਿੱਚ ਭਿੱਜ ਕੇ ਆਪਣੇ ਸਿੰਘਾਂ ਅੱਗੇ ਕਈ ਵਾਰੀ ਬੇਨਤੀ ਵੀ ਕਰ ਦਿੰਦੇ ਸਤਿਗੁਰੂ। ਕਈ ਵਾਰੀ ਇਸ ਤਰ੍ਹਾਂ, ਕਿਉਂਕਿ ਮਾਸ ਦੀ ਆ ਜੀਭ, ਕਿਹੜੀ ਲੋਹੇ ਦੀ, ਅੱਖਰ ਵੱਧ ਘੱਟ ਨਿਕਲ ਜਾਂਦਾ। ਤੋ ਇਸ ਕਰਕੇ, ਪਰ ਜਿੱਥੇ ਪਿਆਰ ਦੀ ਗੱਲ ਹੈ ਨਾ, ਉੱਥੇ ਕਈ ਵਾਰੀ ਸਤਿਗੁਰੂ ਵੀ ਆਪਣੇ ਸਿੰਘ ਅੱਗੇ ਬੇਨਤੀ ਕਰ ਦਿੰਦੇ ਆ ਬੇਨਤੀ। ਮਹਾਰਾਜ ਆਪਾਂ ਰੋਜ਼ ਕੀਰਤਨ ਸੋਹਿਲਾ ਜਦੋਂ ਪੜ੍ਹਦੇ ਆ ਤੇ ਪੰਜਵੇਂ ਪਾਤਸ਼ਾਹ ਕੀ ਕਹਿੰਦੇ ਭਲਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਨਾਲੇ ਮਿੱਤਰ ਕਹਿੰਦੇ ਆ ਤੇ ਨਾਲੇ ਕਹਿੰਦੇ ਅਸੀਂ ਬੇਨਤੀ ਕਰਦੇ ਤੇਰੇ ਅੱਗੇ ਮਿੱਤਰਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾ ਖਾਟ ਚੱਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਮਹਾਰਾਜ ਕਹਿੰਦੇ ਲਾਭ ਲੈਣ ਵਾਸਤੇ ਆਇਆ ਭਾਈ, ਬੰਦਗੀ ਕਰਿਆ ਕਰ, ਨਾਮ ਜਪਿਆ ਕਰ, ਅੱਗੇ ਸੌਖਾ ਵਸੇਗਾ। ਉੱਥੇ ਬੇਨਤੀ ਕਰਦੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਨਾਲ ਬੜਾ ਲਾਡ ਪਿਆਰ ਕੀਤਾ ਹੈ। ਤਾਂ ਇਹ ਜਦੋਂ ਬਚਨ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ, ਤੇ ਸਤਿਗੁਰੂ ਜੀ ਦਾ ਬਚਨ ਸੁਣ ਕਰਕੇ ਭਾਈ ਧਰਮ ਸਿੰਘ ਜੀ ਨੇ ਬੇਨਤੀ ਕੀਤੀ ਹੈ। ਮਹਾਰਾਜ ਕਹਿਣ ਲੱਗੇ ਕਿ ਭਾਈ ਧਰਮ ਸਿੰਘ ਜੀ, ਦੱਸੋ ਕਿਸ ਦੀ ਜਿੱਤ ਹੋਈ, ਕਿਸ ਦੀ ਹਾਰ ਹੋਈ ਆ। ਤੇ ਪਿਆਰੇ ਧਰਮ ਸਿੰਘ ਜੀ ਕਹਿੰਦੇ, ਮਹਾਰਾਜ ਤੁਸੀਂ ਸਾਰੇ ਸੰਸਾਰ ਦੀ ਹਾਲਤ ਜਾਣਦੇ ਹੋ, ਆਪ ਜੀ ਤੋਂ ਕੁਝ ਲੁਕਿਆ ਹੈ, ਸਭ ਕੁਝ ਕਰਨ ਕਰਾਉਣ ਵਾਲੇ ਤੁਸੀਂ ਹੋ, ਤੁਸੀਂ ਸਭ ਕੁਝ ਕੀਤਾ ਮਹਾਰਾਜ, ਤੁਸੀਂ ਸਭ ਕੁਝ ਜਾਣਦੇ ਹੋ। ਮਹਾਰਾਜ ਜੋ ਵਿਦਤਾ ਪ੍ਰਗਟ ਵਾ, ਜੋ ਗੁਪਤਾ ਸਭ ਗੁਪਤ ਪ੍ਰਗਟ ਆਪ ਜੀ ਜਾਣਦੇ ਹੋ। हे ਪ੍ਰਭੂ ਜੀ, ਆਪ ਜੀ ਦੇ ਪਾਸੋਂ ਕੁਝ ਵੀ ਲੁਕਿਆ ਹੋਇਆ ਨਹੀਂ ਹੈ, ਕੁਝ ਵੀ ਗੁੱਝੀ ਛੰਨੀ ਨਹੀਂ ਬਾਤ ਆਪ ਜੀ ਦੇ ਪਾਸੋਂ। ਮਹਾਰਾਜ ਸਾਰੇ ਕੌਤਕ ਹੀ ਤੁਸੀਂ ਕਰਨਹਾਰ ਹੋ, ਸਭ ਕੁਝ ਕੀਤਾ ਕਰਾਇਆ ਹੀ ਤੁਸੀਂ ਹੈ। ਪਰ ਮਹਾਰਾਜ ਬੜੇ ਅਸਚਰਜ ਹੋ ਤੁਸੀਂ, ਕਰਦੇ ਵੀ ਸਭ ਕੁਝ ਆਪ ਹੋ ਤੇ ਕਰਕੇ ਫਿਰ ਨਿਆਰੇ ਹੀ ਰਹਿ ਜਾਂਦੇ ਹੋ। ਸਭ ਕੁਝ ਕਰਕੇ, ਸਭ ਕੁਝ ਕਰਾ ਕੇ ਤੇ ਆਪ ਫਿਰ ਵੱਖਰੇ ਦੇ ਵੱਖਰੇ। ਇਹ ਕੈਸਾ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਦਾ ਚਰਿੱਤਰ ਹੈ, ਕੈਸਾ ਕੌਤਕ ਹੈ, ਕੈਸੀ ਅਸਚਰਜ ਗਾਥਾ ਹੈ। ਇਹੀ ਸਾਰਾ ਕੁਝ ਮਹਾਰਾਜ, ਜਿਵੇਂ ਭਾਈ ਧਰਮ ਸਿੰਘ ਜੀ 10ਵੇਂ ਪਾਤਸ਼ਾਹ ਨੂੰ ਕਹਿ ਰਹੇ ਹਨ, ਤੇ ਸਤਿਗੁਰਾਂ ਨੇ ਬਾਣੀ 'ਚ ਇਹ ਬਚਨ ਕੀਤਾ ਕਿ ਸਭ ਕੁਝ ਕਰਦਾ ਕਰਾਉਂਦਾ ਪਰਮੇਸ਼ਰ ਹੈ ਤੇ ਆਪ ਫਿਰ ਵੱਖਰੇ ਦਾ ਵੱਖਰਾ ਹੀ। ਤਮਾਸ਼ਾ ਰਚ ਕੇ ਇੱਥੇ ਗੁਰਮੁਖ ਬਣਾ ਦਿੱਤੇ, ਮਨਮੁਖ ਬਣਾ ਦਿੱਤੇ ਆ, ਰਾਖਸ਼ ਪੈਦਾ ਕਰ ਦਿੱਤੇ ਆ, ਦੇਵਤੇ ਪੈਦਾ ਕਰ ਦਿੱਤੇ ਆ, ਆਪਸ ਵਿੱਚ ਡਾਂਗ ਦੋਨਾਂ ਦੀ ਖੜਕਾ ਦਿੱਤੀ, ਆਪ ਫਿਰ ਵੱਖਰਾ ਹੋ ਕੇ ਵੇਖੀ ਜਾਂਦਾ। ਇੱਥੇ ਦੋ ਦੋ ਪਾਰਟੀਆਂ ਬਣਾ ਕੇ ਲੜੀ ਜਾਂਦੇ ਆਪਸ ਵਿੱਚ। ਉਹ ਕਹਿੰਦਾ ਲੜੀ ਜਾਓ, ਲਓ ਨਜ਼ਾਰੇ। ਭਗਉਤੀ ਕੀ ਵਾਰ ਦੀ ਦੂਜੀ ਪੌੜੀ 'ਚ ਮਹਾਰਾਜ ਨੇ ਆਖਿਆ, ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰਿਓ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤੇਨੇ ਅੰਦਰ ਬਾਦ ਰਚਾਇਆ। ਦੇਵਤੇ ਵੀ ਉਹਨੇ ਸਿਰਜੇ ਤੇ ਦਾਨੋ ਵੀ ਉਹਨੇ, ਦੈਂਤ ਵੀ ਉਸੇ ਨੇ ਸਿਰਜੇ ਤੇ ਝਗੜਾ ਵੀ ਆਪ ਹੀ ਸਿਰਜਿਆ। ਤੇਨੇ ਅੰਦਰ ਬਾਦ ਰਚਾਇਆ, ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ। ਪਹਿਲੋਂ ਦੈਂਤ ਸਾਜ ਦਿੱਤੇ,
ਜਦੋਂ ਉਹ ਹੰਕਾਰੀ ਹੋ ਗਏ ਤੇ ਇੱਕ ਮਾਈ ਨੂੰ ਸਾਜ ਦਿੱਤਾ ਵੀ ਜਾ ਖਤਮ ਕਰ ਦੇ ਇਹਨਾਂ ਨੂੰ ਤੂੰ। ਇਹ ਵੱਡੇ ਹੰਕਾਰੀ ਹੋਏ ਫਿਰਦੇ, ਫਿਰ ਦੁਰਗਾ ਨੇ ਸਾਰੇ ਖਤਮ ਕਰ ਦਿੱਤੇ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ। ਪਹਿਲੋਂ 10 ਸਿਰਾਂ ਵਾਲੇ ਨੂੰ ਵੀ ਆਪ ਹੀ ਸਾਜਿਆ ਤੇ ਮੁੜ ਕੇ ਉਹਨੂੰ ਖਤਮ ਕਰਨ ਵਾਸਤੇ ਸ੍ਰੀ ਰਾਮ ਜੀ ਨੂੰ ਵੀ ਆਪ ਹੀ ਭੇਜਿਆ, ਬਲ ਵੀ ਆਪ ਹੀ ਦਿੱਤਾ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਿਰ ਘਾਇਆ, ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ, ਕਿਨੀ ਤੇਰਾ ਅੰਤ ਨਾ ਪਾਇਆ। ਕਿਸੇ ਨੇ ਵੀ ਵਾਹਿਗੁਰੂ ਤੇਰਾ ਅੰਤ ਨਹੀਂ ਪਾਇਆ, ਤੂੰ ਬੇਅੰਤ ਹੀ ਬੇਅੰਤ ਹੈ। ਅੰਤ ਪਾਉਣ ਵਾਲਿਆਂ ਦਾ ਅੰਤ ਹੋ ਜਾਂਦਾ, ਉਹ ਫਿਰ ਬੇਅੰਤੀ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਦਾ ਐਸਾ ਅਚਰਜ ਤਮਾਸ਼ਾ ਹੈ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਆਪੇ ਹਸੈ ਆਪ ਹੀ ਚਿਤਵੈ, ਆਪੇ ਚੰਦ ਸੂਰ ਪ੍ਰਗਾਸਾ। ਆਪੇ ਜਲ ਆਪੇ ਥਲ ਥੰਮਣ, ਆਪੇ ਕੀਆ ਘਟ ਘਟ ਬਾਸਾ। ਆਪੇ ਨਰ ਆਪੇ ਫੁਣ ਨਾਰੀ, ਆਪੇ ਸਾਰੇ ਆਪ ਹੀ ਪਾਸਾ। ਗੁਰਮੁਖ ਸੰਗਤ ਸਭੈ ਵਿਚਾਰਹੁ, ਵਾਹੋ ਵਾਹੋ ਕਾ ਵੱਡਾ ਤਮਾਸ਼ਾ। ਜਾਪ ਸਾਹਿਬ ਦੇ ਵਿੱਚ ਮਹਾਰਾਜ ਕਹਿੰਦੇ ਪ੍ਰਭੂ ਜੀ, ਅਕਾਲ ਪੁਰਖ ਜੀ, ਆਪ ਜੀ ਨੂੰ ਨਮਸਕਾਰ ਹੈ, ਕਿਉਂਕਿ ਤੁਸੀਂ ਸ਼ਾਂਤ ਰੂਪ ਹੋ ਤੇ ਸ਼ਾਂਤੀ ਦੇਣ ਵਾਲੇ ਹੋ ਸਾਰੀ ਸ੍ਰਿਸ਼ਟੀ ਵਿੱਚ, ਤੁਹਾਨੂੰ ਨਮਸਕਾਰ ਹੈ। ਫਿਰ ਮਹਾਰਾਜ ਕਹਿੰਦੇ ਹੇ ਵਾਹਿਗੁਰੂ, ਆਪ ਜੀ ਨੂੰ ਨਮਸਕਾਰ ਹੈ, ਤੂੰ ਲੜਾਈ ਪਵਾਉਣ ਵਾਲਾ ਹੈ, ਤੈਨੂੰ ਨਮਸਕਾਰ ਹੈ। ਸ਼ਾਂਤੀ ਵੀ ਤੂੰ ਹੀ ਦੇਣ ਵਾਲਾ ਤੇ ਲੜਾਈ ਵੀ ਤੂੰ ਹੀ ਪਵਾਉਣ ਵਾਲਾ, ਤੈਨੂੰ ਨਮਸਕਾਰ ਹੈ। ਨਮੋ ਕਲਹ ਕਰਤਾ, ਨਮੋ ਸਾਤ ਰੂਪੇ। ਦੋਵੇਂ ਰੂਪ ਹੀ ਉਸੇ ਦੇ ਗਿਆ। ਪਿਆਰੇ ਧਰਮ ਸਿੰਘ ਜੀ ਕਹਿੰਦੇ ਮਹਾਰਾਜ ਆਪ ਜੀ ਦਾ ਖੇਡ ਵੀ, ਆਪ ਜੀ ਦੇ ਚਰਿੱਤਰ ਕੌਤਕ ਵੀ ਨਿਆਰੀ ਆ। ਸਾਰੇ ਚਰਿੱਤਰਾਂ ਨੂੰ ਆਪ ਹੀ ਕਰਨ ਆ ਰਹੇ ਹੋ, ਆਪ ਹੀ ਸਾਰੇ ਕਰਮ ਕਰਦੇ ਹੋ ਤੇ ਕਰਦੇ ਹੋਇਆ ਫਿਰ ਵੀ ਨਿਆਰੇ ਰਹਿੰਦੇ ਹੋ। ਮਹਾਰਾਜ ਲੁਕਿਆ ਛਿਪਿਆ ਤੇ ਆਪ ਜੀ ਤੋਂ ਕੁਝ ਨਹੀਂ ਹੈ। ਤੁਸੀਂ ਸਭ ਕੁਝ ਕੀਤਾ ਹੈ ਤੇ ਤੁਸੀਂ ਸਭ ਕੁਝ ਜਾਣਦੇ ਹੋ, ਪਰ ਆਗਿਆ ਨਹੀਂ ਮੋੜੀ ਜਾ ਸਕਦੀ ਆਪ ਜੀ ਦੀ। ਤੁਸੀਂ ਆਖਿਆ ਸੁਣਾਓ ਜੇ ਧਾਰ ਕਿਵੇਂ ਹੋਈ ਬਾਦਸ਼ਾਹੀ ਜੰਗ, ਇਸ ਕਰਕੇ ਆਪ ਜੀ ਦੀ ਆਗਿਆ ਮੰਨ ਕਰਕੇ ਮਹਾਰਾਜ ਸੁਣਾਉਂਦੇ ਹਾਂ। ਦੋਹਾਂ ਪਾਸੇ ਦੀ ਫੌਜ ਉਮੜ ਕੇ ਆਈ ਮਹਾਰਾਜ। ਇੱਕ ਪਾਸੇ ਤਾਰਾ ਆਜਮ ਦੀ ਫੌਜ 22 ਲੱਖ ਗਿਣਤੀ ਵਿੱਚ, ਇੱਕ ਪਾਸੇ ਬਹਾਦਰ ਸ਼ਾਹ ਦੀ ਫੌਜ ਜੋ ਤਾਰਾ ਆਜਮ ਨਾਲੋਂ 10 ਗੁਣਾ ਘੱਟ ਫੌਜ ਸੀ। ਦੋਹਾਂ ਪਾਸੇ ਦੀ ਫੌਜ ਉਮੜ ਕੇ ਆਈ। ਫਿਰ ਮਹਾਰਾਜ ਗੋਲੀਆਂ ਚੱਲੀਆਂ, ਬੰਦੂਕਾਂ ਦੇ ਵਿੱਚੋਂ, ਤੋਪਾਂ ਦੇ ਵਿੱਚੋਂ ਗੋਲੇ ਚੱਲੇ। ਬੜਾ ਪੱਕਾ ਕਰੜਾ ਜੰਗ ਹੋਇਆ। ਤਾਂ ਉਸ ਵੇਲੇ ਮਹਾਰਾਜ ਬਹਾਦਰ ਸ਼ਾਹ ਵੇਖ ਰਿਹਾ ਸੀ ਖਲੋਤਾ ਹੋਇਆ ਕਿ ਮੇਰੀ ਹਾਰ ਹੋ ਰਹੀ ਹੈ। ਬਹੁਤ ਦੀਨ ਹੋ ਕਰਕੇ, ਅੰਦਰੋਂ ਝੁਕ ਕਰਕੇ, ਬਹੁਤ ਘਿਆਇਆ, ਤਰਲੇ ਪਾਏ, ਬੇਨਤੀਆਂ ਕੀਤੀਆਂ। ਮਹਾਰਾਜ ਉਸ ਵੇਲੇ ਫਿਰ ਜੰਗ ਦੇ ਮੈਦਾਨ ਵਿੱਚ ਆਪ ਜੀ ਨੇ ਦਰਸ਼ਨ ਦਿੱਤਾ। ਮੈਂ ਨਾਲ ਹੀ ਬੈਠਾ ਸਾਂ, ਬਹਾਦਰ ਸ਼ਾਹ ਨੇ, ਉਹਨੇ ਵੀ ਆਪ ਜੀ ਦਾ ਦਰਸ਼ਨ ਕੀਤਾ, ਮੈਂ ਵੀ ਕੀਤਾ। ਮਹਾਰਾਜ ਹਾਥੀ ਦੇ ਉੱਤੇ ਬੈਠਿਆ ਹੋਏ ਆ। ਮਹਾਰਾਜ ਤੁਸੀਂ ਉਸ ਵੇਲੇ ਫਿਰ ਆਪਣੇ ਇਹ ਕੌਤਕ ਦੇ ਨਾਲ, ਆਪਣੇ ਤੀਰਾਂ ਦੇ ਨਾਲ ਤਾਰਾ ਆਜਮ ਨੂੰ ਤੁਰੰਤ ਮਾਰ ਦਿੱਤਾ, ਸੰਘਾਰ ਦਿੱਤਾ। ਜਦੋਂ ਮਹਾਰਾਜ ਤੁਸੀਂ ਤਾਰਾ ਆਜਮ ਨੂੰ ਤੇ ਉਹਦੇ ਆਲੇ ਦੁਆਲੇ ਜਿਹੜੇ ਹਾਥੀਆਂ ਤੇ ਸਵਾਰ ਸੀ ਉਮਰਾਵ, ਉਹਨਾਂ ਨੂੰ ਮਾਰਿਆ, ਉਸੇ ਵੇਲੇ ਜਿੱਤ ਦਾ ਨਗਾਰਾ ਖੜਕ ਗਿਆ। ਸਾਰੇ ਸੂਬੇ ਜਿਹੜੇ ਪਹਿਲਾਂ ਤਾਰਾ ਆਜਮ ਦੀ ਫੌਜ ਵਿੱਚ ਸੀ, ਉਹ ਬਹਾਦਰ ਸ਼ਾਹ ਨੂੰ ਆ ਕੇ ਮਿਲ ਗਏ ਤੇ ਬਹਾਦਰ ਸ਼ਾਹ ਨੇ ਦਿੱਲੀ ਦੀ ਬਾਦਸ਼ਾਹੀ ਪ੍ਰਾਪਤ ਕਰ ਲਈ। ਮਹਾਰਾਜ ਫਿਰ ਸਾਨੂੰ ਬਹਾਦਰ ਸ਼ਾਹ ਨੇ ਪੰਜਾਂ ਸਿੰਘਾਂ ਨੂੰ ਨਾਲ 10 ਨੂੰ ਰੁਖਸਤ ਕੀਤਾ ਹੈ ਸਾਰਿਆਂ ਨੂੰ। ਤੇ ਮਹਾਰਾਜ ਆਪ ਜੀ ਨੂੰ ਬਹੁਤ ਬੇਨਤੀ ਕੀਤੀ ਹੈ ਬਹਾਦਰ ਸ਼ਾਹ ਨੇ, ਬਹੁਤ ਨਮਸਕਾਰਾਂ ਕੀਤੀਆਂ ਹਨ। ਬਹਾਦਰ ਸ਼ਾਹ ਨੇ ਮਹਾਰਾਜ ਇਹ ਬੇਨਤੀ ਕੀਤੀ ਹੈ ਕਿ ਮੈਂ ਹੁਣ ਆਗਰੇ ਸ਼ਹਿਰ ਦੇ ਵਿੱਚ ਇੱਥੇ ਟਿਕਾਂਗਾ।
ਤੇ ਸਤਿਗੁਰੂ ਜੀ ਕਿਰਪਾ ਕਰਨ ਇੱਥੇ ਆ ਕਰਕੇ ਮੈਨੂੰ ਦਰਸ਼ਨ ਦੇ ਕਰਕੇ ਤੇ ਨਿਹਾਲ ਕਰ ਦੇਣ। ਇਸ ਤਰ੍ਹਾਂ ਭਾਈ ਧਰਮ ਸਿੰਘ ਜੀ ਦੇ ਪਾਸੋਂ ਬਹਾਦਰ ਸ਼ਾਹ ਦੀ ਬੇਨਤੀ ਸੁਣ ਕਰਕੇ ਸ੍ਰੀ ਪ੍ਰਭੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕੂਚ ਕਰਦੇ ਹਨ, ਚਾਲੇ ਪਾਉਂਦੇ। ਮਹਾਰਾਜ ਆਪਣੇ ਸਿੰਘਾਂ ਦੇ ਸਮੇਤ ਦਿੱਲੀ ਸ਼ਹਿਰ ਵੱਲ ਨੂੰ ਚੱਲ ਪੈਂਦੇ। ਰਸਤੇ ਵਿੱਚ ਬਹੁਤੇ ਨਗਰ ਆਏ ਵੱਡੇ, ਕਈ ਛੋਟੇ ਪਿੰਡ ਆਏ, ਕਈ ਜੰਗਲ ਆਏ, ਕਈ ਪਹਾੜ ਆਏ। ਉਹਨਾਂ ਸਾਰਿਆਂ ਦੇ ਵਿੱਚ ਦੀ ਲੰਘਦੇ ਹੋਏ ਦਿੱਲੀ ਵੱਲ ਨੂੰ ਆ ਰਹੇ ਹਨ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨਗਰਾਂ ਦੀ, ਪਿੰਡਾਂ ਦੀ, ਜੰਗਲਾਂ ਦੀ ਸੈਲ ਕਰਦੇ ਹੋਏ ਜਾ ਰਹੇ ਹਨ ਸੁਖ ਦੇ ਸਹਿਤ। ਜਦੋਂ ਦਿੱਲੀ ਸ਼ਹਿਰ ਨੇੜੇ ਜੇ ਰਹਿ ਗਿਆ ਤੇ ਸਾਰੀ ਸੰਗਤ ਨੂੰ ਜਦੋਂ ਖਬਰ ਮਿਲੀ ਹੈ ਇਹ ਸਾਰੀ ਸੁਧ ਸੁਣ ਕਰਕੇ ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਅਸਵਾਰੀ ਦਿੱਲੀ ਵੱਲ ਨੂੰ ਆ ਰਹੀ ਹੈ। ਸਤਿਗੁਰੂ ਜੀ ਆਪਣੀਆਂ ਫੌਜਾਂ ਦੇ ਸਮੇਤ ਇੱਧਰ ਨੂੰ ਆ ਰਹੇ ਹਨ। ਜਦੋਂ ਸਿੱਖ ਸੰਗਤਾਂ ਨੇ ਸੁਣਿਆ ਤੇ ਸਿੱਖਾਂ ਦੇ ਮਨ ਵਿੱਚ ਚਾਅ ਪੈਦਾ ਹੋ ਗਿਆ, ਕਿਉਂਕਿ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦਾ ਚਾਅ ਪੈਦਾ ਹੁੰਦਾ ਸਿੱਖ ਦੇ ਹਿਰਦੇ ਵਿੱਚ। ਜੇ ਚਾਅ ਨਹੀਂ ਪੈਦਾ ਹੁੰਦਾ ਗੁਰੂ ਕੇ ਦਰਸ਼ਨਾਂ ਦਾ ਫਿਰ ਸਿੱਖ ਹੀ ਨਹੀਂ ਹੈ। ਮੱਛੀ ਜਿਹੜੀ ਆ ਉਹ ਪਾਣੀ ਤੋਂ ਬਿਨਾਂ ਨਹੀਂ ਬਚਦੀ ਤੇ ਸਿੱਖ ਗੁਰੂ ਕੇ ਦਰਸ਼ਨਾਂ ਤੋਂ ਬਿਨਾਂ ਨਹੀਂ ਬਚਦਾ। ਜਿੰਨਾ ਪ੍ਰੇਮ ਮੱਛੀ ਦੇ ਅੰਦਰ ਪਾਣੀ ਦਾ ਹੁੰਦਾ ਹੈ ਨਾ, ਕਿਉਂਕਿ ਮੱਛੀ ਦਾ ਸਭ ਕੁਝ ਹੀ ਪਾਣੀ ਆ। ਮੱਛੀ ਦੀ ਨਿਸ਼ਾਨੀ ਇਹ ਆ ਵੀ ਉਹ ਪਾਣੀ ਦੇ ਵਿੱਚ ਹੀ ਰਹਿ ਸਕਦੀ ਆ, ਪਾਣੀ ਤੋਂ ਬਿਨਾਂ ਉਹਨੂੰ ਜੋ ਮਰਜ਼ੀ ਦਿੱਤਾ ਜਾਵੇ ਪਾਣੀ ਤੋਂ ਬਿਨਾਂ ਬਚਦੀ ਨਹੀਂ ਮੱਛੀ। ਪੰਜਵੇਂ ਪਾਤਸ਼ਾਹ ਨੇ ਆਖਿਆ ਜਿਉਂ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ। ਮੱਛੀ ਉਹ ਆ ਜਿਹੜੀ ਪਾਣੀ ਦੇ ਵਿੱਚ ਰਹਿੰਦੀ ਆ ਤੇ ਪਾਣੀ ਉਹਦਾ ਜੀਵਨ ਆ, ਪਾਣੀ ਤੋਂ ਬਿਨਾਂ ਮਛਲੀ ਜੀਵਨ ਨਹੀਂ ਪਾਉਂਦੀ। ਤੇ ਸਿੱਖ ਗੁਰੂ ਕੇ ਦਰਸ਼ਨਾਂ ਨਾਲ ਨਹੀਂ ਆਉਂਦਾ। ਜਿਉਂ ਮਛਲੀ ਬਿਨ ਪਾਣੀਐ ਕਿਉ ਜੀਵਨ ਪਾਵੈ, ਬੂੰਦ ਵਿਹੂਣਾ ਚਾਤ੍ਰਿਕੋ ਕਿਉ ਕਰ ਤ੍ਰਿਪਤਾਵੈ। ਨਾਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ। ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਗੁਰੂ ਕੇ ਪਿਆਰਿਆਂ ਦੀ ਇੰਨੀ ਪ੍ਰੀਤ ਆ ਗੁਰੂ ਦੇ ਨਾਲ, ਉਹ ਦਰਸ਼ਨ ਕਰਕੇ ਹੀ ਰੱਜਦੇ ਆ। ਗੁਰਸਿੱਖਾਂ ਦੀ ਭੁੱਖ ਗੁਰੂ ਕੇ ਦਰਸ਼ਨ ਕਰਕੇ ਲੈਂਦੀ ਆ। ਤੋ ਇਸ ਕਰਕੇ ਜਦੋਂ ਸਿੱਖਾਂ ਨੇ ਸੰਗਤਾਂ ਨੇ ਸੁਣਿਆ ਤੇ ਮਨਾਂ ਵਿੱਚ ਚਾਅ ਪੈਦਾ ਹੋ ਗਿਆ। ਅਸੁਨ ਪ੍ਰੇਮ ਮਾਹੜਾ ਕਿਉਂ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਤੇ ਲੱਗ ਗਈ ਸਿੱਖਾਂ ਨੂੰ ਗੁਰੂ ਕੇ ਦਰਸ਼ਨਾਂ ਦੀ। ਤੇ ਦਰਸ਼ਨ ਕਰਨ ਵਾਸਤੇ ਅਕਲਵਾਂਡੀ ਚੱਲ ਪਏ, ਅੱਗਿਓਂ ਹੀ ਚੱਲ ਪਏ। ਗੁਰੂ ਸਾਹਿਬ ਜੀ ਦੇ ਅੱਗੋਂ ਹੀ ਜਾ ਕਰਕੇ ਦਰਸ਼ਨ ਕਰੀਏ। ਕਈਆਂ ਨੇ ਆਪਣੀਆਂ ਗੱਡੀਆਂ ਭਜਾ ਦਿੱਤੀਆਂ ਉਧਰ ਨੂੰ। ਹੈ ਉਦੋਂ ਵੀ ਗੱਡੀਆਂ ਸੀ, ਅੱਜ ਵਰਗੀਆਂ ਨਹੀਂ, ਬੈਲ ਗੱਡੀਆਂ। ਬੈਲ ਗੱਡੀਆਂ ਭਜਾ ਦਿੱਤੀਆਂ ਵਾ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਕਿਉਂਕਿ ਉਦੋਂ ਉਹੀ ਗੱਡੀਆਂ ਸੀ। ਇਸ ਕਰਕੇ ਕਈ ਆਪਣੀਆਂ ਗੱਡੀਆਂ ਤੇ ਚੜ੍ਹ ਕੇ ਗੱਡੀਆਂ ਨੂੰ ਭਜਾ ਦਿੱਤਾ ਤੇ ਕਈ ਰੱਥਾਂ ਦੇ ਉੱਤੇ ਚੜ੍ਹ ਕੇ ਤੇ ਰੱਥਾਂ ਨੂੰ ਭਜਾ ਦਿੱਤਾ। ਕਈ ਘੋੜਿਆਂ ਤੇ ਚੜ੍ਹ ਕੇ ਘੋੜਿਆਂ ਨੂੰ ਭਜਾ ਦਿੱਤਾ ਹੈ। ਬਹੁਤੀ ਗਿਣਤੀ ਵਿੱਚ ਸਿੱਖ ਸੰਗਤਾਂ ਮਾਈ ਭਾਈ ਉਹ ਪੈਦਲ ਹੀ ਚੱਲ ਪਏ। ਹਿਰਦੇ ਵਿੱਚ ਬਹੁਤਾ ਜ਼ਿਆਦਾ ਪ੍ਰੇਮ ਹੈ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਆਪਣੇ ਹੱਥਾਂ ਵਿੱਚ ਲਈਆਂ ਹੋਈਆਂ। ਰਸਤੇ ਵਿੱਚ ਹੀ ਜਾ ਕੇ ਦਸ਼ਮੇਸ਼ ਪਾਤਸ਼ਾਹ ਜੀ ਨੂੰ ਮਿਲ ਪਏ। ਭੇਟਾਵਾਂ ਅਰਪਣ ਕਰਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਲੱਗੇ। ਦਰਸ਼ਨ ਕਰ ਕਰਕੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਦੇ ਹਨ। ਦਸ਼ਮੇਸ਼ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਉੱਤੇ ਆਪਣਾ ਸਿਰ ਰੱਖਦੇ।
बहुत ही बस्तर गहने ते धन बहुत ही वड्डी गिणती विच कई हजारां दी गिणती विच धन भी भेंट कीता है, हजारां दे गहने ते बस्तर भेटा कीते ते सतगुरु गरीब नवाज साहब जी दे दर्शन कीते। सब दी जो जो भावना सी नो महाराज ने पूरी कीती। महाराज अपनी सुंदर दृष्टि नाल किरपा दृष्टि नाल तकदे आ सिखां सेवकां नूं। दिल्ली तो जमुना तो पार प्रभु जी ने डेरा कीता है ते महाराज ने खालसे नूं आग्या कीती भी दीवान सजाया जावे। जिथे महाराज का पड़ाव हुंदा उत्थे गुरु गोबिंद सिंह महाराज जी का खालसे का दीवान सज जांदा। दीवान सज गया, नितनेम होया, बेअंत बाणियां का जाप होया, गुरबाणी का कीर्तन होया है, फिर उत्थे कथा हुई है। सवेर का भी नितनेम, शाम का भी नितनेम, अमृत वेले बेअंत बाणियां, पंज बाणियां, सुखमनी साहिब का जाप, अकाल उस्तत का जाप, चंडी की वार का जाप बेअंत सिंघां ने पाठ किया है। फिर इस तरह आसा की वार का कीर्तन, फिर गुरबाणी की कथा गुरु के खालसे ने की है। फिर शाम को भी दीवान सजिया, गुरबाणी का कीर्तन, गुर इतिहास की कथा, आरती आरती शब्द गायन। तो इस तरीके दे नाल खालसे का दीवान फिर उत्थे सज गया। संगतां लाभ लैन लगियां कलगीधर पातशाह जी के दर्शन करके। तो गरीब नवाज साहब जी के पावन इतिहास के विचार साझे करदियां होइयां भुल्लां चुकां दी सतगुरु जी गुर संगत जी खिमा देनी। देहो सज्जने असीस अड़ियां ज्यों होवै साहिब स्यों मेल। वाहिगुरु 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 हे गोविंद हे गोपाल हे दयाल लाल प्राणनाथ अनाथ सखे दीन दर्द निवार। हे समरथ अगम पूरन मोहे मया धार। अंधकूप महाभयान नानक पारे उतार। आए प्रभ शरणागति कृपा निध दयाल। एक अक्षर हर मन बसत नानक होत निहाल। कथा निता प्रत होत है सुनहो सिंह सुजान। नानक गुर गोबिंद सिंह जी सदा करे। नानक गुर गोबिंद सिंह जी सदा करे कल्याण। वाहिगुरु जी का खालसा वाहिगुरु जी की फतेह। सत श्री अकाल। वाहिगुरु जी का खालसा वाहिगुरु जी की फतेह।